ਜਸਟਿਸ ਦੇਖ ਰਹੇ ਤੁਸੀਂ, ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਕਰਪਸ਼ਨ ਦੇ ਖਿਲਾਫ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਅਸੀਂ ਅਖੀਰ ਤੱਕ ਕਾਰਵਾਈ ਕਰਾਂਗੇ, ਸਬੂਤ ਸਾਡੇ ਕੋਲ ਸਾਰੇ ਹੈਗੇ ਆ ਤੇ ਹੁਣ ਫੜ ਅੰਦਰ ਕਰਾਂਗੇ ਜਿਨ੍ਹਾਂ ਨੇ ਘੁਟਾਲੇ ਕੀਤੇ ਹੋਏ ਆ। ਤੇ ਮਾਮਲਾ ਸਾਬਕਾ ਵਜ਼ੀਰਾਂ ਤੇ ਜਦੋਂ ਆ ਕੇ ਰੁਕਤਾ ਤੇ ਸਾਬਕਾ ਵਜ਼ੀਰਾਂ ਵੱਲੋਂ ਇੱਕੋ ਜਵਾਬ ਆਉਂਦਾ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਕਿ ਇਸ ਜਵਾਬ ਨਾਲ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ? ਜਿਹੜੇ ਵਿਜੀਲੈਂਸ ਸਕੰਜਾ ਕੱਸਦੀ ਪਈ ਹੈ ਇਹ ਤੇ ਸਵਾਲ ਕਿਹੜੇ ਖੜੇ ਹੋਣੇ ਚਾਹੀਦੇ ਆ ਕਿ ਇਹ ਸਿਆਸੀ ਬਦਲਾਖੋਰੀ ਹੈ? ਸਾਰੇ ਸਵਾਲ ਹੋਣੇ ਚਾਹੀਦੇ। ਸਾਬਕਾ ਵਜ਼ੀਰਾਂ ਤੇ ਸਕੰਜਾ ਕਿਉਂ? ਸਾਊ ਸਿੰਘ ਧਰਮਸੋਤ ਜਾਂ ਗਿਲਜੀਆਂ ਪਰਿਵਾਰ ਤੱਕ ਇਹ ਪੂਰਾ ਮਾਮਲਾ ਸੀਮਤ ਨਹੀਂ ਹੈਗਾ, ਇਸ ਤੋਂ ਅੱਗੇ ਵੀ ਬਹੁਤ ਜਾਣੇ ਰਡਾਰ ਤੇ ਹੈਗੇ। ਸਾਰੇ ਸਵਾਲ ਹੋਣਗੇ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਕਰਪਸ਼ਨ ਖਿਲਾਫ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਣ ਵਾਲੀ ਪੋਲਿਟਿਕਸ ਦਾ ਭਵਿੱਖ ਕੀ ਹੈ? ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਹੈ ਮੈਂ ਤੁਹਾਡਾ ਤਾਰਫ ਫਰੋਨੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰਦਾ। ਜਸਵੀਰ ਸਿੰਘ ਗਿੱਲ MLA ਨੇ, ਆਮ ਆਦਮੀ ਪਾਰਟੀ ਸਪੋਕਸਪਰਸਨ ਨੇ। ਗਿੱਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੌਰਵ ਸੰਧੂ ਕਾਂਗਰਸ ਸਪੋਕਸਪਰਸਨ ਹੈ, ਇਹਨਾਂ ਲਈ ਡਿਬੇਟ ਔਖੀ ਹੋ ਸਕਦੀ ਹੈ। ਗੌਰਵ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਵਰਾਜ ਸਿੰਘ ਭੱਠਲ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰੇ ਹੈ, ਭੱਠਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਤੇ ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, वैसे तो पॉलिटिशियन तो मैं डिबेट शुरू करनी चाहिए पर मैं थोड़े तो शुरू कर रहा। प्रोफेसर मनजीत सिंह, हर चीज़ को सियासी बदलाखोरी कह दो तो पासे हो जाओ। प्रोफेसर मनजीत सिंह, मैं साहू सिंह धर्मसोत के मामले की गल कर रहा, गिलजियां परिवार के मामले की भी गल कर रहा। इस तो अगे होर मंत्री भी रडार ते, मैनूं अज नाम लैण की जरूरत नहीं हैगी, उन्होंने पता किहड़ियां फाइलां खुलण वालियां। प्रोफेसर मनजीत सिंह, ਇਹਦੇ 'ਚ ਤੇ ਕੋਈ ਸ਼ੱਕ ਨਹੀਂ KP ਸਿੰਘ ਕਿ ਸਾਡਾ ਸਿਸਟਮ ਬਹੁਤ ਜ਼ਿਆਦਾ ਭ੍ਰਸ਼ਟ ਹੋ ਚੁੱਕਾ। ਨਹੀਂ ਤੇ ਇਹ ਕਿਵੇਂ ਕਿਸੇ ਦੇ ਸਮਝ ਵਿੱਚ ਆਉਂਦਾ ਕਿ ਜਿਸ ਸੀਟ ਲਈ ਤੁਸੀਂ ਜਦੋਂ ਕੰਪੇਨ ਕਰਦੇ ਆ 20 ਲੱਖ ਰੁਪਈਆ ਪਰ ਵਿਧਾਇਕ ਖਰਚਾ ਕਰਨ ਦੀ ਕੰਪੇਨ ਦੀ ਲਿਮਿਟ ਹੋਵੇ ਔਰ ਤੁਸੀਂ ਉਹਦੇ 'ਚ 20 ਕਰੋੜ ਵੀ ਕਈ ਵਾਰੀ ਖਰਚ ਦਿੰਦੇ ਆ। ਉਹ ਰੁਪਈਆ ਜਾਣੀ ਇੰਨਾ ਜਦੋਂ ਖਰਚਦੇ ਆ, ਕੋਈ ਬੇਵਕੂਫ ਤੇ ਹੈ ਨਹੀਂ ਕਿ ਸੇਵਾ ਦਾ ਇੰਨਾ ਉਹਨਾਂ ਦਾ ਦਮ ਫੁੱਲ ਰਿਹਾ ਜਾਂ ਇੰਨਾ ਅੰਦਰ ਦੇ ਉਹਨਾਂ ਦੇ ਚਿਣਗ ਜਗੀ ਕਿ ਪੂਰਾ ਪਰਿਵਾਰ ਪੂਰੀ ਪ੍ਰਾਪਰਟੀ ਲਾ ਕੇ ਉਹ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰਨ ਲਈ ਖਰਚਾ ਕਰ ਰਹੇ ਆ ਕਿ ਉਹਨਾਂ ਨਾਲ ਵਧੀਆ ਕੋਈ ਸੇਵਾ ਨਹੀਂ ਕਰੂ, ਉਹ ਤੇ ਮੇਵੇ ਲਈ ਕਰ ਰਹੇ ਆ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਾਡਾ ਸਿਸਟਮ ਖਾਸ ਕਰ ਰਾਜਨੀਤਿਕ ਲੋਕ ਬਹੁਤ ਜ਼ਿਆਦਾ ਭ੍ਰਸ਼ਟ ਹੋ ਚੁੱਕੇ ਆ। ਦੂਜੀ ਗੱਲ, ਇਹ ਗੱਲ ਕਹਿਣਾ ਕਿ ਸਿਰਫ ਕਾਂਗਰਸ ਨੂੰ ਹੀ ਟਾਰਗੇਟ ਤੇ ਰੱਖਿਆ, ਮੇਰਾ ਖਿਆਲ ਇਹ ਪ੍ਰਾਇੋਰਟੀ ਦਾ ਵੀ ਇਸ਼ੂ ਹੋ ਸਕਦਾ ਕਿ ਪਹਿਲਾਂ ਜਿਹੜੇ ਹੁਣੇ ਗਏ ਆ ਉਹਨਾਂ ਨਾਲ ਕਰੀਏ, ਫਿਰ ਦੂਜਿਆਂ ਨਾਲ ਵੀ ਪੰਗਾ ਲਵਾਂਗੇ ਕਿਉਂਕਿ ਉਹਨਾਂ ਨੂੰ ਹੋ ਸਕਦਾ ਰਾਜਨੀਤਿਕ ਤੌਰ ਤੇ ਮੇਨ ਅਪੋਜੀਸ਼ਨ ਕਾਂਗਰਸ ਲੱਗਦੀ ਹੋਵੇ ਹਾਲ ਦੀ ਘੜੀ, ਨਾ ਕਿ ਅਕਾਲੀ ਦਲ। ਤੀਜੀ ਗੱਲ, ਉਹਨਾਂ ਨੇ ਇਹੋ ਜਿਹੀ ਗੱਲ ਭਗਵੰਤ ਮਾਨ ਨੇ ਤੁਹਾਨੂੰ ਪਤਾ ਕਿ SHO ਬਾਰੇ ਵੀ ਕਹੀ ਹੈ ਕਿ ਜਾਂ ਦੇ ਬੰਦੇ ਬਣ ਜਾਓ ਜਾਂ ਮੈਂ ਸਿੱਧਾ ਕਰੂੰਗਾ। ਇਸ ਤਰ੍ਹਾਂ ਅਫਸਰਸ਼ਾਹੀ ਦੀ ਵੀ 100 ਤੋਂ ਉੱਪਰ ਦੇ ਉਹਨਾਂ ਨੂੰ ਦਬਕਾ ਮਾਰ ਕੇ ਕਿਹਾ IAS ਨੂੰ ਕਿ ਦੇਖੋ ਬੰਦੇ ਬਣ ਜਾਓ, ਕੰਮ ਕਰਨਾ ਸ਼ੁਰੂ ਕਰ ਦਿਓ, ਨਹੀਂ ਤੇ ਅਸੀਂ ਤੁਹਾਡੇ ਕੱਚੇ ਚਿੱਠੇ ਫੋਲ ਦਿਆਂਗੇ। ਇਹ ਮਤਲਬ ਮੈਨੂੰ ਐਂ ਲੱਗਦਾ ਕਿ ਜਿਹੜਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਮੁਹਿੰਮ ਹੈਗੀ ਹੈ, ਭਾਵੇਂ ਉਹ ਸਰਫੇਸ ਲੈਵਲ ਤੇ ਦੇਖਣ ਨੂੰ ਹੋਵੇ, ਬਿਆਨਾਂ ਦੇ ਤੱਕ ਅਜੇ ਸੀਮਿਤ ਹੋਵੇ, ਆਉਣ ਵਾਲੇ ਸਮੇਂ 'ਚ ਉਹਦਾ ਪਤਾ ਲੱਗ ਜਾਊਗਾ ਕਿ ਕਿੰਨੀ ਕਾਮਯਾਬੀ ਕਿੰਨਾ ਫੇਲਰ ਹੈ। ਪਰ ਉਹ ਜਿਹੜਾ ਟਾਰਗੇਟ ਜਿਸ ਢੰਗ ਨਾਲ ਚਲਾ ਰਹੇ, ਕੰਪੇਨ ਚਲਾ ਰਹੇ ਆ, ਲੋਕ ਉਸ ਨੂੰ ਐਪਰੀਸ਼ੀਏਟ ਹੀ ਕਰ ਰਹੇ ਆ। ਪਰ ਇੱਕੋ ਲਾਸਟ ਗੱਲ ਮੈਂ ਕਹਿਣੀ KP ਸਿੰਘ, ਇਹਦੇ 'ਚ ਦਿੱਕਤ ਕੀ ਹੋ ਸਕਦੀ ਹੈ? ਜੇ ਇਹ ਸਟ੍ਰੈਟਜੀ ਠੀਕ ਨਹੀਂ ਕਰਨਗੇ ਤਾਂ ਇਹ ਬਹੁਤ ਉਲਟੀ ਵੀ ਪੈ ਸਕਦੀ ਹੈ ਸਰਕਾਰ ਲਈ, ਪੈਰਾਂ 'ਚ ਜੰਜੀਰਾਂ ਪੈ ਸਕਦੀਆਂ ਕਿਉਂਕਿ ਜੇ ਬਿਊਰੋਕ੍ਰੇਸੀ ਕੰਮ ਕਰਨਾ ਛੱਡ ਗਈ, ਜੇ ਪੁਲਿਸ ਸਾਥ ਦੇਣਾ ਛੱਡ ਗਈ, ਜੇ ਵਿਰੋਧੀਆਂ ਨੇ ਵੀ ਹਮਲਾ ਅੱਗੇ ਨਾਲੋਂ ਤਿੱਖਾ ਕਰ ਦਿੱਤਾ, ਜਿਹੋ ਜਿਹਾ ਸਾਡਾ ਸਿਸਟਮ ਆ, ਪ੍ਰੈਸ ਸਿਸਟਮ ਹੈਗਾ ਆ, ਤਾਂ ਫਿਰ ਲੈਣੇ ਦੇ ਦੇਣੇ ਪੈ ਸਕਦੇ ਆ। ਉਸ ਨੂੰ ਜਦ ਤੱਕ ਤੁਸੀਂ ਚੰਗੇ ਢੰਗ ਦੇ ਨਾਲ ਇਸ ਚੀਜ਼ ਨੂੰ ਨਹੀਂ ਸ਼ੁਰੂ ਕਰੋਗੇ, ਇੱਕ ਸਟ੍ਰੈਟਜੀ ਦੇ ਤਹਿਤ ਨਹੀਂ ਕਰੋਗੇ, ਪ੍ਰੋਪੇਗੰਡੇ ਲਈ ਵਾਹਵਾਈ ਲਈ ਹੀ ਸਿਰਫ ਕਰੋਗੇ, ਤਾਂ ਫਿਰ ਉਹ ਮਹਿੰਗਾ ਵੀ ਪੈ ਸਕਦਾ। ਨਹੀਂ ਪ੍ਰੋਫੈਸਰ ਜੀ, ਦੋ ਗੱਲਾਂ ਇਕੱਠੀਆਂ ਕਹਿ ਗਏ ਹੋ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕਾਂ 'ਚ ਵਾਹਵਾਈ ਹੋ ਰਹੀ ਹੈ, ਦੂਜੇ ਪਾਸੇ ਤੁਸੀਂ ਕਹਿ ਰਹੇ ਪ੍ਰੋਪੇਗੰਡੇ ਤਹਿਤ ਕਰੋਗੇ ਤੇ ਫਿਰ ਪੁੱਠਾ ਪੈ ਸਕਦਾ। ਇਹ ਦੋ ਗੱਲਾਂ ਇਕੱਠੀਆਂ ਨਹੀਂ ਤੁਰ ਸਕਦੀਆਂ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਸਵਾਲ ਦੁਰਸਤ ਕਰ ਦੇਣਾ ਨਾ, ਮੈਂ ਤੁਹਾਨੂੰ ਸਵਾਲ ਦੇ ਦੇਣਾ ਨਾ। ਪ੍ਰੋਫੈਸਰ ਮਨਜੀਤ ਸਿੰਘ, ਸਾਬਕਾ ਮੰਤਰੀ ਵਿਜੇ ਸਿੰਗਲੇ ਦੇ ਕੇਸ ਦਾ ਰੈਫਰੈਂਸ ਦੇਣਾ ਚਾਹ ਰਹੇ ਹੋ ਤੁਸੀਂ? ਨਹੀਂ ਬਿਲਕੁਲ, ਮੈਂ ਇਹ ਗੱਲ ਕਹਿ ਰਿਹਾ ਕਿ ਉਹ ਤੇ ਦੇਖੋ ਬਾਹਰ ਆ ਗਿਆ, ਦੂਸਰਿਆਂ ਦਾ ਵੀ ਦੇਖੋ ਕਿੰਨੀ ਸੰਜੀਦਗੀ ਹੈ। ਹੁਣ ਤੁਸੀਂ ਸਾਰਿਆਂ ਵਿਰੁੱਧ IAS ਕਾਰਪੋਰੇਸ਼ਨ, ਮੈਂ ਕਹਿੰਦਾ ਕਿ ਜੇ ਤੁਸੀਂ ਸਾਰਿਆਂ ਵਿਰੁੱਧ ਇਕੱਠਾ ਸਾਰੇ ਪਾਸੇ ਫਰੰਟ ਖੋਲ ਦੋਗੇ ਤੇ ਤੁਸੀਂ ਕਰਪਸ਼ਨ ਕਿਤੇ ਡੰਡਿਆਂ ਨਾਲ ਥੋੜੀ ਠੀਕ ਕਰਨੀ ਆ, ਜਾ ਕੇ MLA ਨੇ ਘਰੋਂ ਘਰੀ ਜਾ ਕੇ ਕਰਪਸ਼ਨ ਥੋੜੀ ਫੜਨੀ ਆ, ਸਿਸਟਮ ਰਾਹੀਂ ਫੜਨੀ ਆ, ਵਿਜੀਲੈਂਸ ਰਾਹੀਂ ਫੜਨੀ ਆ, ਪੁਲਿਸ ਰਾਹੀਂ ਫੜਨੀ ਆ, ਕੋਰਟਾਂ ਰਾਹੀਂ ਫੜਨੀ ਆ।
ਤਾਂ ਜੇ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮੱਦੇਨਜ਼ਰ ਰੱਖ ਕੇ ਪ੍ਰਾਇੋਰਟਾਈਜ਼ ਨਹੀਂ ਕਰੋਗੇ ਤੇ ਪ੍ਰੋਪੇਗੈਂਡੇ ਵਾਲਾ ਫੋਕਸ ਤੁਹਾਡਾ ਜ਼ਿਆਦਾ ਹੋਊਗਾ ਤੇ ਉਹ ਮਹਿੰਗਾ ਵੀ ਪੈ ਸਕਦਾ। ਠੀਕ ਹੈ। ਗੌਰਵ ਸੰਧੂ ਤੁਹਾਡੇ ਜਿਹੜੇ ਵਜ਼ੀਰ ਰਹੇ ਆ ਉਹਨਾਂ ਦੇ ਸਕੰਜਾ ਕੱਸਿਆ ਜਾ ਰਿਹਾ, ਤੁਸੀਂ ਹਰ ਗੱਲ ਤੇ ਕਹਿੰਦੇ ਹੋ ਸਿਆਸੀ ਬਦਲਾਖੋਰੀ, ਸਿਆਸੀ ਬਦਲਾਖੋਰੀ। ਇਹ ਭਤੀਜਿਆਂ ਦੇ ਨਾਮ ਕਿਉਂ ਆਉਂਦੇ ਆ? ਪਹਿਲਾਂ ਮੁੱਖ ਮੰਤਰੀ ਦੇ ਭਤੀਜੇ ਨਾਮ ਆ ਗਿਆ, ਹੁਣ ਇੱਥੇ ਗਿਲਜੀਆਂ ਪਰਿਵਾਰ ਚੋਂ ਆ ਗਿਆ। ਇਹ ਹੋ ਕੀ ਰਿਹਾ ਗੌਰਵ ਸੰਧੂ? ਇਹ ਸਿਆਸੀ ਬਦਲਾਖੋਰੀ ਕਹਿ ਕੇ ਪਿੱਛਾ ਨਹੀਂ ਛੱਡਣ ਵਾਲੇ ਲੋਕ ਤੁਹਾਡਾ? केपी जी गल इदा है, जदों सरकार अपने वादे डिलीवर करने जिहड़े कीते ने, गारंटियां दित्तियां ने, वो ना कर सके तो संगरूर वर्गा इन्हां नूं नमोशी झल्लनी पै जे। 3 महीनों के विच लोक सभा की जिहड़ी एक सीट है पार्लीमेंट च वो भी हार जाण, तो फिर लोगों का ध्यान तो थोड़ा बहुता बटाउणा बदलना ही है ना, इधर उधर करना ही है ना। फिर वो इन्होंने एक ढकवंज हुण फड़ लिया है भी जंगलात महकमे मगर ही पै गए ने, होर भी बड़े महकमे ने, किते कड्डो कुछ। तुहाडे अपने विजय सिंगला जी नूं तुसीं आप ही कहा सी इहदे खिलाफ सबूत ने, कोर्ट जे एडे सबूत हुंदे तां कोर्ट उहनूं जमानत ना दिंदी। चलो ਅਸੀਂ ਜੇ ਆਪਣੇ ਵਾਲਿਆਂ ਨੂੰ ਨਹੀਂ, ਫਿਰ ਤੁਹਾਨੂੰ ਜੁਡੀਸ਼ੀਅਲ ਸਿਸਟਮ ਤੇ ਵਿਸ਼ਵਾਸ ਹੈਗਾ ਨਾ ਗੌਰਵ ਸੰਧੂ? ਜੁਡੀਸ਼ੀਅਲ ਸਿਸਟਮ ਤੇ ਵਿਸ਼ਵਾਸ ਹੈਗਾ? ਮੈਂ ਤੁਹਾਡੇ ਤੇ ਆ ਰਿਹਾ ਗੌਰਵ ਸੰਧੂ, ਤੁਹਾਡੇ ਤੇ ਆ ਰਿਹਾ। ਤੁਹਾਨੂੰ ਮੌਕਾ ਦਊਂਗਾ ਸਰ, ਆਮ ਆਦਮੀ ਪਾਰਟੀ ਨੂੰ ਬਾਅਦ ਚ ਬੁਲਾਵਾਂਗੇ ਆਪਾਂ। ਗੌਰਵ ਸੰਧੂ, ਤੁਹਾਨੂੰ ਜੁਡੀਸ਼ੀਅਲ ਸਿਸਟਮ ਤੇ ਵਿਸ਼ਵਾਸ ਹੈਗਾ ਕਿ ਨਹੀਂ ਹੈਗਾ? ਬਿਲਕੁਲ ਹੈਗਾ ਨਾ। ਤੇ ਫਿਰ ਉਥੋਂ ਅਗਾਊਂ ਜ਼ਮਾਨਤਾਂ ਖਾਰਜ ਹੋ ਰਹੀਆਂ ਗੌਰਵ ਸੰਧੂ, ਸਾਨੂੰ ਇਹ ਵੀ ਮੰਨ ਕੇ ਚੱਲਣਾ ਪਊਗਾ। ਜਿਨ੍ਹਾਂ ਨੇ, ਮੈਂ ਇੱਕ ਗੱਲ ਤਾਂ ਜ਼ਰੂਰ ਕਵਾਂਗਾ, ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ, ਚਾਹੇ ਕਿਸੇ ਪਾਰਟੀ ਤੋਂ ਹੋਣ, ਇਹ ਤਾਂ ਅਜੇ ਨਵੇਂ ਆਏ ਨੇ, ਅਜੇ ਇਹਨਾਂ ਦਾ ਨਹੀਂ ਪਤਾ ਹੈ ਕਿ ਚੰਦ ਚੜਾਉਣਗੇ। ਠੀਕ ਹੈ, ਜਿਨ੍ਹਾਂ ਨੇ ਜੋ ਕੀਤਾ ਹੈ ਉਹਨਾਂ ਨੂੰ ਭੁਗਤਣਾ ਚਾਹੀਦਾ ਹੈ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੂਜੀ ਗੱਲ ਮੈਂ ਇੱਕ ਕਹਿਣੀ ਚਾਹੁੰਦਾ ਹੈ, ਤੁਸੀਂ ਕਹਿ ਰਹੇ ਹੋ ਜੁਡੀਸ਼ੀਅਲ ਸਿਸਟਮ ਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਸਾਨੂੰ ਬਿਲਕੁਲ ਵਿਸ਼ਵਾਸ ਹੈ। ਗੱਲ ਇਦਾਂ ਹੈ, ਬਦਲਾਖੋਰੀ ਦੀ ਨੀਤੀ ਦੇ ਨਾਲ ਪਰਚੇ ਕਰੀ ਜਾਓ, ਉਹ ਕੋਈ ਚੱਕਰ ਨਹੀਂ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ 2002 ਚ ਕੀਤਾ ਸੀਗਾ, ਪਰ 2007 ਚ ਉਹ ਹਾਰ ਗਏ ਸੀਗੇ। ਤੋ ਥੋੜਾ ਟਾਈਮ ਤਾਂ ਲੋਕਾਂ ਨੂੰ ਭਰਮਾ ਸਕਦੇ ਹੋ, ਪਰ ਐਂਡ ਮੂਵਮੈਂਟ ਤੇ ਲੋਕਾਂ ਨੂੰ ਕੀ ਚਾਹੀਦਾ ਹੈ? ਇੱਕ ਮਿੰਟ ਗੱਲ ਸੁਣ ਲਿਓ। ਐਂਡ ਮੂਵਮੈਂਟ ਤੇ ਲੋਕਾਂ ਨੇ ਇਹਨਾਂ ਨੂੰ ਇਹੀ ਪੁੱਛਣਾ ਹੈ ਵੀ ਤੁਸੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਂ ਨਹੀਂ ਕੀਤੇ, ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕੀਤੀਆਂ ਜਾਂ ਨਹੀਂ ਕੀਤੀਆਂ। ਇਹ ਸਭ ਕੁਝ ਭੁੱਲ ਜਾਣਾ ਹੈ। ਇਹ ਜਿਨ੍ਹਾਂ ਨੇ ਖਾਧਾ ਹੈ ਉਹਨਾਂ ਚੋਂ ਕੱਢੇਗੀ ਉਹ ਜੁਡੀਸ਼ਰੀ, ਕੱਢੇਗੀ ਕੋਰਟ, ਉਹਨਾਂ ਨੂੰ ਸਜ਼ਾ ਦੇਏਗੀ। ਸਰਕਾਰ ਨੇ ਤਾਂ ਪਰਚਾ ਕਰਨਾ ਹੀ ਕਰਨਾ, ਠੀਕ ਹੈ, ਅਸੀਂ ਮੰਨਦੇ ਹਾਂ ਉਹਨਾਂ ਨੇ ਕੋਈ ਕਰਪਸ਼ਨ ਕੀਤੀ ਹੈ, ਸਰਕਾਰ ਨੇ ਫੜ ਲਿਆ, ਪਰਚਾ ਕਰਤਾ। ਕਾਰਨ ਇਹ ਹੈ, ਮੈਂ ਮਨਜੀਤ ਸਿੰਘ ਜੀ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ, ਪ੍ਰੋਫੈਸਰ ਸਾਹਿਬ ਜੀ ਦਾ। ਇਹਨਾਂ ਨੇ ਪਹਿਲੀਆਂ ਜੀ ਕਹਿਤਾ ਵੀ ਕਾਂਗਰਸ ਇਹਨਾਂ ਦੇ ਟਾਰਗੇਟ ਤੇ ਹੈ, ਕਿਉਂਕਿ ਉਹ ਇਹਨਾਂ ਨੂੰ ਮੁੱਖ ਵਿਰੋਧੀ ਧਿਰ ਲੱਗਦੀ ਹੈ, ਜੋ ਕਿ ਕਾਂਗਰਸ ਹਰ ਜਗ੍ਹਾ ਤੇ ਇਹਨਾਂ ਦੀ ਸਰਕਾਰ ਨੂੰ ਘੇਰ ਰਹੀ ਹੈ, ਚਾਹੇ ਮੱਤੇਵਾੜਾ ਹੋਏ, ਚਾਹੇ ਚੰਡੀਗੜ੍ਹ ਦਾ ਮਸਲਾ ਹੋਏ, ਚਾਹੇ ਪਾਣੀਆਂ ਦਾ ਮਸਲਾ ਹੋਏ, ਚਾਹੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਏ, ਚਾਹੇ BBMB ਦਾ ਮਸਲਾ ਹੋਏ, ਚਾਹੇ ਰਾਘਵ ਚੱਡੇ ਨੂੰ ਚੇਅਰਮੈਨੀ ਦੇਣ ਦਾ ਮਸਲਾ ਹੋਏ, ਜਿਹੜੇ ਦਿੱਲੀ ਵਾਲੇ ਸਰਕਾਰ ਚਲਾ ਰਹੇ ਨੇ। ਸੋ ਕਾਂਗਰਸ ਤਾਂ ਇਹਨਾਂ ਦੀਆਂ ਅੱਖਾਂ 'ਚ ਰੜਕਣੀ ਹੈ ਤੇ ਉਹਦੀ ਬਦਲਾਖੋਰੀ ਹੋ ਰਹੀ ਹੈ। ਲੋਕਾਂ ਦਾ ਧਿਆਨ ਜਿਹੜਾ ਹੈ ਉਹਨੂੰ ਇੱਕ ਪਾਸੇ ਕਰਨ ਤੇ ਵੀ ਅਸੀਂ ਆਪਣੀਆਂ ਨਾਕਾਮੀਆਂ ਲੁਕਾ ਲਈਏ। ਜੀ ਦੇਖੋ ਜੀ, ਕੱਲ ਰਾਘਵ ਚੱਡਾ ਜੀ ਦਾ ਟਵੀਟ ਸੀਗਾ, ਅਸੀਂ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ ਉਹਨਾਂ ਠੱਗਾਂ ਨੂੰ ਅਸੀਂ ਅੰਦਰ ਕਰਾਂਗੇ। ਤੁਹਾਡੇ ਵਾਲੇ 2 ਠੱਗ ਤਾਂ ਅੰਦਰ ਕਰ ਦਿਓ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ, ਜਿਹੜੇ 2017 ਚ ਕਰੋੜਾਂ ਰੁਪਈਆ ਵਿਚਾਰੇ ਗਰੀਬ ਲੋਕਾਂ ਦਾ ਇੱਥੋਂ ਟਿਕਟਾਂ ਦੇ ਬਹਾਨੇ ਦੇਣ ਦੇ ਲੁੱਟ ਕੇ ਲੈ ਗਏ, ਨਾਲੇ ਇੱਥੇ ਬੀਬੀਆਂ ਦਾ ਸ਼ੋਸ਼ਣ ਤੱਕ ਕਰ ਗਏ। ਉਹਨਾਂ ਨੂੰ ਤਾਂ ਪਹਿਲਾਂ ਅੰਦਰ ਦੇ ਦਿਓ। ਚਲੋ ਮੈਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਪਹਿਲਾਂ। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਆਮ ਆਦਮੀ ਪਾਰਟੀ ਦਾ ਟੇਕ ਵੀ ਲੈਣਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ। ਸਾਬਕਾ ਵਜ਼ੀਰਾਂ ਤੇ ਸ਼ਿਕੰਜਾ ਕਿਉਂ, ਸਵਾਲ ਇਹੀ ਹੈ ਤੇ ਵਾਪਸ ਆ ਕੇ ਫਿਰ ਪੁੱਛੂਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਣਾ, ਕਰਪਸ਼ਨ ਖਿਲਾਫ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਣ ਵਾਲੀ ਪੋਲਿਟਿਕਸ ਦਾ ਭਵਿੱਖ ਕੀ ਹੈ? ਜਸਵੀਰ ਸਿੰਘ ਗਿੱਲ, ਕਾਂਗਰਸ ਨੇ ਸਿੱਧਾ ਕਿਹਾ ਕਿ ਸਾਡੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ 2002 ਦੀ 2007 ਦੀ ਸਰਕਾਰ ਵੇਲੇ ਵੀ ਇਹੋ ਜਿਹਾ ਕੁਝ ਕੀਤਾ ਸੀਗਾ, ਸਰਕਾਰ ਚਲੀ ਗਈ ਸੀ, ਤੁਹਾਨੂੰ ਅਲਾਰਮਿੰਗ ਸਿਚੁਏਸ਼ਨ ਦੇਤੀ ਹੈ, ਅਲਾਰਮਿੰਗ ਪੋਜੀਸ਼ਨ ਦੇਤੀ ਹੈ ਕਿ ਸਰਕਾਰ ਤੁਹਾਡੀ ਵੀ ਨਹੀਂ, ਜਿਸ ਤਰੀਕੇ ਨਾਲ ਤੁਸੀਂ ਕੰਮ ਕਰਦੇ ਪਏ ਹੋ। ਇਹ ਕਾਂਗਰਸ ਦਾ ਇਲਜ਼ਾਮ ਹੈ ਤੁਹਾਡੇ ਤੇ। ਜਸਵੀਰ ਸਿੰਘ ਜੀ, ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਦੀਆਂ ਮੈਂ ਗੱਲਾਂ ਸੁਣ ਰਿਹਾ ਸੀ ਕਾਂਗਰਸ ਦੇ, ਮੈਨੂੰ ਲੱਗਦਾ ਸਾਨੂੰ ਡਰਾ ਰਹੇ ਵੀ ਇਹ ਕੰਮ ਨਾ ਕਰਨ, ਜਿਹੜੀ ਕਰਪਸ਼ਨ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੋ। ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ, ਜਿਨੇ ਵੀ ਪੰਜਾਬ ਦਾ ਨੁਕਸਾਨ ਕੀਤਾ ਆ, ਅਸੀਂ ਉਸ ਮਾਲਕ ਦੇ ਓਟ ਆਸਰੇ ਨਾਲ, ਚਾਹੇ ਕੋਈ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ, ਚਾਹੇ ਮੰਤਰੀ, ਚਾਹੇ ਵਰਕਰ, ਚਾਹੇ ਕਾਂਗਰਸ, ਚਾਹੇ ਅਕਾਲੀ ਦਲ, ਜਿਹਨੇ ਵੀ ਨੁਕਸਾਨ ਕੀਤਾ, ਅਸੀਂ
ਲੋਕਾਂ ਨਾਲ ਵਾਅਦਾ ਕਰਕੇ ਆਏ ਆ, ਉਹਨਾਂ ਨੂੰ ਅਸੀਂ ਪਿਕਚਰ ਦੇ ਵਿੱਚ ਜ਼ਰੂਰ ਲੈ ਕੇ ਆਉਣਾ। ਠੀਕ ਹੈ ਜੀ। ਹੁਣ ਆ ਜਾਓ, ਸੰਗਤ ਸਿੰਘ ਗਿੱਲ ਜੀਆਂ ਦੇ ਭਤੀਜੇ ਦੀ ਅਰੈਸਟ ਪਈ ਆ। ਉਸ ਇਨਸਾਨ ਤੇ, ਕਿਉਂਕਿ ਜਿਹੜੇ ਸੰਗਤ ਸਿੰਘ ਗਿੱਲ ਜੀਆਂ ਜੀ ਉਹ 7-8 ਪੜ੍ਹੇ ਸੀਗੇ, ਮੰਤਰੀ ਬਣ ਗਏ, ਔਰ ਜਿਹੜਾ ਇਹਨਾਂ ਦਾ ਭਰਾ ਦਾ ਲੜਕਾ ਆ, ਇਹਨੇ LLB ਕੀਤੀ ਹੋਈ ਹੈ। ਇਸ ਬੰਦੇ ਨੇ ਅਧਿਕਾਰੀਆਂ ਦੀਆਂ ਬਦਲੀਆਂ ਦੇ, ਗੈਰ ਕਾਨੂੰਨੀ ਮਾਈਨਿੰਗ ਦੇ, ਖਰੀਦੀ ਪੋਤਰੀ ਦੇ, ਠੇਕੇਦਾਰਾਂ ਦੇ ਥਰੂ ਕਰਪਸ਼ਨ ਕੀਤੀ ਆ, ਔਰ ਸਾਰੇ ਸਬੂਤ ਸਾਡੇ ਕੋਲ ਆ। ਸਬੂਤ ਤੁਸੀਂ ਵਿਜੇ ਸਿੰਘਲਾ ਵੇਲੇ ਵੀ ਕਹਿੰਦੇ ਸੀਗੇ ਅਦਾਲਤ ਨੇ ਜ਼ਮਾਨਤ ਕਿਉਂ ਦੇ ਦਿੱਤੀ? ਤੁਹਾਡੇ ਸਵਾਲ ਚੁੱਕਿਆ ਜਾ ਰਿਹਾ ਹੈ। ਦੇਖੋ, ਅਦਾਲਤ ਦੇ ਫੈਸਲੇ ਨੂੰ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ, ਔਰ ਮੰਨਣਾ ਚਾਹੀਦਾ ਵੀ ਹੈ। ਟਾਈਮ ਲੱਗਦਾ, ਠੀਕ ਹੈ ਨਾ। ਇਹ ਨਹੀਂ, ਜੇ ਇਹਨਾਂ ਨੂੰ ਖਤਰਾ ਨਹੀਂ ਕਾਂਗਰਸ ਵਾਲਿਆਂ ਨੂੰ, ਇਹ ਗਾਂਵ ਜਵਾਨਤਾ ਕਾਹਤੋਂ ਮੰਗਦੇ? ਹੋ ਗਈ ਹੈ ਜਵਾਨਤਾ ਫਿਰ। ਔਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ, ਐਗਜ਼ਾਮਪਲ ਨਹੀਂ, ਇਹ ਟਰੂ ਆ ਕਿ ਜਿਹੜੇ ਕੇਸ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਆ, ਜਾਂ ਸੰਗਤ ਸਿੰਘ ਗਿੱਲ ਜੀਆਂ ਨੂੰ ਪੁਲਿਸ ਲੱਭ ਰਹੀ ਆ, ਇਹ ਇੱਕ ਪਿੰਡ ਹੈ ਜੀ, ਆਪਣੇ ਰੋਪੜ ਦੇ ਲਾਗੇ, ਮਾਲੀ ਦੇ ਲਾਗੇ, ਨਾਡਾ। ਉੱਥੇ ਖੈਰ ਦੇ ਵੱਢਣ ਲਈ ਇਹਨੇ ਪਰਮਿਟ ਦਿੱਤੇ। ਜਿਹੜੇ ਠੇਕੇਦਾਰਾਂ ਨੂੰ ਉਹਨਾਂ ਦੇ ਕੋਲੋਂ 5 ਲੱਖ ਦੀ ਰਿਸ਼ਵਤ ਲਈ ਆ, ਇਹ ਮੈਂ ਨਹੀਂ ਕਹਿ ਰਿਹਾ, ਇਹ ਐਮਈ ਹਰਜਿੰਦਰ ਸਿੰਘ ਕਹਿ ਰਿਹਾ, ਉਹਦੇ ਥਰੂ ਲਈ ਆ। ਠੀਕ ਹੈ ਜੀ। ਫਿਰ ਹੱਲੇ ਤਾਂ ਸਿਰਫ ਜੰਗਲਾਤ ਦਾ ਹੀ ਹੈ ਇਹਨਾਂ ਦਾ। ਆਉਣ ਵਾਲੇ ਤੁਸੀਂ ਸਮੇਂ 'ਚ ਦੇਖਿਓ, ਜਿਹੜੀਆਂ ਪਾਰਕਾਂ ਤੇ 44 ਲੱਖ ਰੁਪਈਆ ਜਾਂ ਗਵਰਨਮੈਂਟ ਤੋਂ ਇਹ ਨਹੀਂ ਲਿਆ, ਤਾਂ ਉੱਥੇ 5 ਲੱਖ ਰੁਪਈਆ ਲਾਇਆ, ਔਰ ਕਿਸਾਨਾਂ ਨੇ ਉਹਨਾਂ ਦੀਆਂ ਮੂਵੀਆਂ ਬਣਾਈਆਂ, ਵੀਡੀਓ ਤੇ ਚਾੜੀਆਂ। ਹੱਲੇ ਤਾਂ ਇਹਨਾਂ ਤੇ ਬਹੁਤ ਇਲਜ਼ਾਮ ਆਉਣਗੇ। ਦੂਸਰੀ ਗੱਲ ਆ, ਜਿਹੜੇ ਸੰਗਤ ਸਿੰਘ ਗਿੱਲ ਜੀਆਂ ਤੇ ਇਲਜ਼ਾਮ ਲੱਗੇ ਆ, ਜਿਨ੍ਹਾਂ ਵਿੱਚ FIR ਹੋਈ ਆ ਧਰਮਸੋਤ ਦੇ ਨਾਲ, ਉਹ ਇੱਕ ਨਹੀਂ ਟਰੀ ਪਲਾਨ ਸੀਗਾ ਜੀ। ਉਹਦੇ ਵਿੱਚ ਇੱਕ ਠੇਕੇਦਾਰ ਨੂੰ ਮਿਲੀ ਭੁਗਤਣਾ 2800 ਰੁਪਏ ਦਾ ਠੇਕਾ ਦਿੱਤਾ, ਤਾਂ ਉਹਦੇ ਚੋਂ 800 ਰੁਪਈਆ ਇਹਨੇ ਇੱਕ ਬੂਟੇ ਦਾ ਖਾਧਾ। ਔਰ ਇੱਕ ਰੋਪੜ ਦੇ ਲਾਗੇ ਇੱਕ 400 ਕੁਛ ਏਕੜ ਸੀਗੇ, ਜਿਹਦੇ ਵਿੱਚ ਸਿਰਫ 3 ਮਹੀਨਿਆਂ ਦੀ ਮੰਤਰੀ ਪੁਣੇ 'ਚ 40 ਤੋਂ 50 ਕਰੋੜ ਰੁਪਏ ਦੀ ਇਹਨੀ ਮਾਈਨਿੰਗ ਕਰਾਈ ਆ। 50 ਫੁੱਟ ਡੂੰਘੇ ਟੋਏ ਪੱਟੇ ਆ। ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਜਸਵੀਰ ਸਿੰਘ ਗਿੱਲ, ਇਹ ਇਨ ਬਿਨ ਐਵੇਂ ਰਹਿਣਗੀਆਂ? ਅਦਾਲਤ 'ਚ ਪ੍ਰੂਵ ਕਰ ਸਕੋਗੇ ਇਹਨਾਂ ਨੂੰ? ਮੈਂ ਕਿਹਾ ਜੀ ਇਹੋ ਹੀ ਹੋਣਗੀਆਂ ਜੋ ਮੈਂ ਬੋਲ ਰਿਹਾ। ਚਲੋ ਠੀਕ ਹੈ। ਹੋਰ ਵੀ ਗਾਂ ਤੋਂ ਗਾਂ ਹੱਲੇ ਦਾ ਭਤੀਜੇ ਨੂੰ ਅੱਜ ਕੋਰਟ 'ਚ ਪੇਸ਼ ਕੀਤਾ, ਆਉਣ ਵਾਲੇ ਰਿਮਾਂਡ ਲਿਆ, ਆਉਣ ਵਾਲੇ ਹੱਲੇ ਤਾਂ ਹੋਰ ਬੜਾ ਕੁਝ ਨਿਕਲਣਾ ਇਹਨਾਂ ਦਾ। ਚਲੋ ਠੀਕ। ਇੱਕ ਜਸਵੀਰ ਸਿੰਘ ਗਿੱਲ, ਮੈਨੂੰ ਇਹ ਦੱਸ ਦਿਓ ਕਿ ਤੁਸੀਂ ਇਸ ਤੋਂ ਪਹਿਲਾਂ ਕਹਿੰਦੇ ਰਹੇ ਹੋ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਵਿਜੀਲੈਂਸ ਦੀ ਦੁਰਵਰਤੋਂ ਕਰਦੀ ਹੈ। ਤੁਹਾਡੇ ਤੇ ਵੀ ਸਵਾਲ ਇਹੀ ਉੱਠਦਾ ਪਿਆ, ਵਿਜੀਲੈਂਸ ਦੀ ਦੁਰਵਰਤੋਂ ਕਰਦੇ ਪਏ ਹੋ ਤੁਸੀਂ? ਦੇਖੋ, ਅਸੀਂ ਥੋੜੋ ਫੜਨੇ ਆ ਜੀ। ਜੇ ਅਸੀਂ ਕਿਸੇ ਨੂੰ ਕੁਝ ਕਹਿ ਵੀ ਦਿੰਨੇ ਆ, ਇਹ ਤਾਂ ਮੁੱਦਾ ਬਣਾਉਂਦੇ ਆ। ਉਹ ਡਿਪਾਰਟਮੈਂਟ ਦੇ ਕਾਨੂੰਨ ਦੇ ਮੁਤਾਬਕ ਜੋ ਡਿਪਾਰਟਮੈਂਟ ਆ ਉਹਨਾਂ ਦੇ ਥਰੂ ਜਾਣਾ ਪਏਗਾ ਸਾਨੂੰ। ਚਲੋ ਠੀਕ ਹੈ। ਬਲਰਾਜ ਸਿੰਘ ਭੱਠਲ, ਪ੍ਰੋਫੈਸਰ ਮਨਜੀਤ ਸਿੰਘ ਨੇ ਇੱਕ ਇਸ਼ਾਰਾ ਕੀਤਾ ਕਿ ਪਿਛਲੀ ਸਰਕਾਰ ਨੂੰ ਹੱਥ ਪਾ ਕੇ ਉਸ ਤੋਂ ਬਾਅਦ ਅਗਲੇ ਨੰਬਰ ਵੀ ਆਉਣਗੇ। ਬਲਰਾਜ ਸਿੰਘ ਭੱਠਲ, ਤੁਸੀਂ ਜਿਹੜੀ ਕਾਂਗਰਸ ਕਹਿ ਰਹੀ ਹੈ ਸਿਆਸੀ ਬਦਲਾਖੋਰੀ ਹੋ ਰਹੀ ਹੈ, ਅਕਾਲੀ ਦਲ ਦਾ ਵੀ ਸੇਮ ਸਟੈਂਡ ਹੈ, ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ? ਦੇਖੋ ਸਰ, ਪਹਿਲੀ ਗੱਲ ਤਾਂ ਇਹ ਹੈ, ਜਿਹਨੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ, ਜਿਹਨੇ ਵੀ ਪੰਜਾਬ ਦੇ ਲੋਕਾਂ ਦਾ ਹੱਕ ਮਾਰਿਆ, ਉਸ ਬੰਦੇ ਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ, ਤਾਂ ਦੋਨੇ ਰਲ ਮਿਲ ਕੇ ਚੱਲਦੇ। ਅੱਜ ਦਾ ਨਹੀਂ, ਇਸ ਗੱਲ ਦਾ ਪਿਛੋਕੜ ਤੋਂ ਪਿੱਛੇ ਤੋਂ ਇਹ ਗੱਲ ਦਾ ਇਤਿਹਾਸ ਹੈ। ਜਦੋਂ ਪਹਿਲਾਂ ਕਾਂਗਰਸ ਦੇ ਅਗੇਂਸਟ ਕੋਈ ਗੱਲ ਹੋਣੀ ਤਾਂ ਉਹਦਾ ਧਿਆਨ ਡਾਇਵਰਟ ਕਰਨ ਦੇ ਲਈ ਭਗਵੰਤ ਮਾਨ ਜੀ ਨੇ ਕੋਈ ਨਾ ਕੋਈ ਬਿਆਨ ਦੇ ਦੇਣਾ। ਹੁਣ ਜਦੋਂ ਭਗਵੰਤ ਮਾਨ ਜੀ ਨੇ ਸਾਰਾ ਪੰਜਾਬ ਦਿੱਲੀ ਨੂੰ ਥਾਲੀ 'ਚ ਪਾ ਕੇ ਦੇਤਾ ਤੇ ਸਾਰੇ ਪੰਜਾਬ ਨੇ ਉਧਰ ਨੂੰ ਟਾਰਗੇਟ ਕਰ ਲਿਆ, ਤਾਂ ਉਹਨੂੰ ਡਾਇਵਰਟ ਕਰਨ ਲਈ ਇਹਨਾਂ ਨੇ ਇੱਧਰ ਨੂੰ ਕਰਨਾ, ਇਸ ਮੁੱਦੇ ਨੂੰ ਉਛਾਲਣਾ ਸ਼ੁਰੂ ਕਰ ਲਿਆ। ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰ ਰਿਹਾ, ਪਰ ਮੈਂ ਇਹ ਕਹਿ ਰਿਹਾ ਕਿ ਦੋਗਲਾਪਨ ਨਹੀਂ ਹੋਣਾ ਚਾਹੀਦਾ। ਜੇ ਕਾਂਗਰਸ ਦੇ ਕਿਸੇ ਬੰਦੇ ਨੇ ਇਹ ਗੱਲ ਕੀਤੀ ਹੈ ਜਾਂ ਅਕਾਲੀ ਦਲ ਦੇ ਕਿਸੇ ਬੰਦੇ ਨੇ ਕੋਈ ਫਰਾਡ ਕੀਤਾ, ਉਹਨੂੰ ਸਜ਼ਾ ਜ਼ਰੂਰ ਦਿਓ। ਪਰ ਮੇਰਾ ਸਵਾਲ ਭੱਠਲ ਸਾਹਿਬ, ਤੁਸੀਂ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਦੋਗਲਾਪਨ ਨਹੀਂ ਹੋਣਾ ਚਾਹੀਦਾ। ਮੈਂ ਤਾਂ ਸਟ੍ਰੇਟ ਕੁਐਸਚਨ ਤੁਹਾਨੂੰ ਕਰ ਰਿਹਾ ਨਾ, ਸਿਆਸੀ ਬਦਲਾਖੋਰੀ ਦੇ ਕਾਂਗਰਸ ਦੇ ਸਟੈਂਡ ਨਾਲ ਅਕਾਲੀ ਦਲ ਸਟੈਂਡ ਕਰਦਾ ਜਾਂ ਨਹੀਂ? ਸਿੱਧਾ ਸਵਾਲ ਹੈ ਸਰ। ਸਰ ਆਵਾਜ਼ ਨਹੀਂ ਆ ਰਹੀ ਜੀ। ਆਵਾਜ਼ ਆਊਗੀ ਸਰ, ਹੁਣ ਆ ਰਹੀ ਹੈ? ਹੁਣ ਆਵਾਜ਼ ਆ ਰਹੀ ਹੈ ਬਲਰਾਜ ਜੀ? ਬਲਰਾਜ ਜੀ, ਮੈਨੂੰ ਲੱਗਦਾ ਤੁਸੀਂ ਫ੍ਰੀਜ਼ ਹੋ ਗਏ ਹੋ।
ਡਿਸਕਨੈਕਟ ਹੋ ਰਹੇ ਹੋ ਮੈਨੂੰ ਲੱਗਦਾ। ਚਲੋ ਮੈਂ ਵਾਪਸ ਆ ਜਾਊਂਗਾ ਤੁਹਾਡੇ ਕੋਲੇ, ਜੇ ਆਵਾਜ਼ ਆ ਰਹੀ ਤਾਂ ਦੱਸ ਦਿਓ ਮੈਨੂੰ, ਮੈਂ ਸਵਾਲ ਕਰ ਲਵਾਂਗਾ। ਹਾਂਜੀ ਦੁਬਾਰਾ ਪਟਲ ਸਾਹਿਬ ਆਵਾਜ਼ ਆ ਰਹੀ ਹੈ? ਬ੍ਰੇਕਿੰਗ ਹੈ ਜੀ, ਪ੍ਰੋਪਰ ਕਲੀਅਰ ਹੋਈ ਹੈ ਕਿ? ਕੋਈ ਗੱਲ ਨਹੀਂ, ਆ ਜੂਗੀ ਕੋਈ ਗੱਲ ਨਹੀਂ, ਆਪਾਂ ਵਕਤ ਲੈ ਲੈਣੇ ਸਰ। ਬ੍ਰੇਕਿੰਗ ਹੋ ਰਹੀ ਹੈ ਜੀ ਬਹੁਤ। ਹਾਂ ਹੁਣ ਆਵਾਜ਼ ਆ ਰਹੀ ਹੈ ਪਟਲ ਸਾਹਿਬ? ਹਾਂਜੀ 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 ਬਿਲਕੁਲ। ਹਾਂ ਤੁਹਾਡੇ ਨੂੰ ਨੈਟ ਦੀ ਕੋਈ ਦਿੱਕਤ ਹੋਣੀ ਹੈ। ਪਟਲ ਸਾਹਿਬ ਮੇਰਾ ਸਵਾਲ ਇਹ ਸੀਗਾ, ਤੁਸੀਂ ਸਟੈਂਡ ਸਪਸ਼ਟ ਕਰੋ ਨਾ। ਕਾਂਗਰਸ ਕਹਿ ਰਹੀ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ, ਤੁਸੀਂ ਐ ਨਾ ਸਟੈਂਡ ਉਦੋਂ ਸਪਸ਼ਟ ਕਰੋ ਜਦੋਂ ਤੁਹਾਨੂੰ ਹੱਥ ਪੈਣਾ ਸ਼ੁਰੂ ਹੋ ਜਾਵੇ। ਅੱਜ ਦੱਸੋ ਨਾ ਸਟੈਂਡ ਕੀ ਤੁਹਾਡਾ? ਇਹ ਕੁਐਸਚਨ ਮੈਨੂੰ ਕੀਤਾ ਸਰ? ਸੌਰੀ। ਬਿਲਕੁਲ ਪਟਲ ਸਾਹਿਬ ਤੁਹਾਨੂੰ ਕੀਤਾ, ਪਟਲ ਸਾਹਿਬ ਤੁਹਾਨੂੰ ਕੀਤਾ। ਸਾਡਾ ਤਾਂ ਸਟੈਂਡ ਬਿਲਕੁਲ ਕਲੀਅਰ ਰਸਤਾ ਹੀ ਕਹਿੰਦੇ ਕਿ ਦੋਗਲਾਪਣ ਹੋਣਾ ਹੀ ਨਹੀਂ ਚਾਹੀਦਾ। ਜਿਹਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਦਿਓ। ਪਰ ਜਿਹੜੇ ਆਮ ਆਦਮੀ ਪਾਰਟੀ ਵੱਲੋਂ, ਕਿਉਂਕਿ ਦੇਖੋ ਧਰਮਸੋਤ ਜੀ ਨੇ ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦੇ ਨਾਲ ਫਰਾਡ ਕੀਤਾ, ਤੇ ਕੇਜਰੀਵਾਲ ਸਾਹਿਬ ਨੇ ਵੀ ਤਾਂ ਦਿੱਲੀ ਦੇ ਵਿੱਚ ਸਕਾਲਰਸ਼ਿਪ ਵਾਲੇ ਪੈਸਿਆਂ ਨੂੰ ਆਪਣੀ ਝੂਠੀ ਐਡ ਦੇ ਉੱਤੇ ਯੂਜ਼ ਕੀਤਾ। ਠੀਕ ਹੈ ਨਾ? ਕਹਿਣ ਦਾ ਮਤਲਬ ਇਹ ਹੈ ਵੀ ਜੇ ਖੁਦ ਵੀ ਤਾਂ ਉਹੀ ਕੰਮ ਕਰਦੇ ਜੋ ਦੂਜੇ ਨੂੰ ਕਹਿੰਦੇ ਆ, ਦੂਜੇ ਨੂੰ ਸਜ਼ਾ ਦੇਣੀ ਹੈ, ਤੇ ਪਹਿਲਾਂ ਆਪਣੇ ਨੂੰ ਵੀ ਸਜ਼ਾ ਦਿਓ। ਚਲੋ ਪ੍ਰਸਮਜੀਤ ਸਿੰਘ ਮੈਨੂੰ ਲੱਗਦਾ ਅਕਾਲੀ ਦਲ ਇਸ ਮੁੱਦੇ ਤੇ ਫਸਿਆ ਹੋਇਆ ਹੈ ਕਿ ਜਾਈਏ ਕਿੱਧਰ ਤੇ ਕਹੀਏ ਕੀ? ਇੰਨਾ ਤੇ ਲੱਗਦਾ ਹੈ ਪਟਲ ਸਾਹਿਬ ਤੋਂ ਕਿ ਥੋੜਾ ਜਿਹਾ ਹਾਂ ਦਿੱਕਤ ਹੈਗੀ ਆ। ਉਹਨਾਂ ਨੂੰ ਇਹ ਕਿ ਜੇ ਦੁਸ਼ਮਣ ਦੇ ਥੋੜੇ ਜਿਹੇ ਚੀਥੜੇ ਉੱਡਦੇ ਆ ਤੇ ਸਾਨੂੰ ਕੀ ਆ, ਅਸੀਂ ਚੁੱਪ ਕਰਕੇ ਪਰਾਂ ਬੈਠੇ, ਜਦੋਂ ਸਾਡੇ ਤੇ ਪਊਗੀ ਉਦੋਂ ਦੇਖਾਂਗੇ। ਗੱਲ ਤੁਹਾਡੀ ਠੀਕ ਹੈ। ਪ੍ਰਿੰਸੀਪਲ ਕਹਿਣਾ ਉਹ ਕਹਿ ਰਹੇ ਆ ਵੈਸੇ ਕਿ ਜਿਹੜਾ ਵੀ ਕੋਈ ਗਲਤ ਬੰਦਾ ਹੈਗਾ ਜਿਹਨੇ ਵੀ ਕਰਪਸ਼ਨ ਕੀਤੀ ਹੈ ਉਹਦੇ ਤੇ ਕੁਛ ਨਾ ਕੁਛ ਗਾਜ ਤੇ ਗਿਰਨੀ ਚਾਹੀਦੀ ਹੈ। ਪਰ ਉਹ ਇਹ ਨਹੀਂ ਗੱਲ ਕਹਿ ਰਹੇ ਵੀ ਜੇ ਸਾਡੇ ਚੋਂ ਵੀ ਕਿਸੇ ਨੇ ਕੀਤੀ ਹੈਗੀ ਤੇ ਉਹਦੇ ਤੇ ਗਾਜ ਗਿਰਨੀ ਚਾਹੀਦੀ ਹੈ। ਪ੍ਰਸਮਜੀਤ ਸਿੰਘ ਜਦੋਂ ਇਹਨਾਂ ਦੀ ਸਰਕਾਰ ਸੀ, ਪ੍ਰਸਮਜੀਤ ਸਿੰਘ ਜਦੋਂ ਇਹਨਾਂ ਦੀ ਸਰਕਾਰ ਸੀ, ਇਹਨਾਂ ਦੇ ਮੰਤਰੀਆਂ ਦੇ ਸਵਾਲ ਉੱਠਦੇ ਰਹੇ ਆ। ਹੁਣ ਇੱਕ ਮੰਤਰੀ ਤਾਂ ਨਹੀਂ ਰਹੇਗੇ ਚਲੋ ਇਸ ਦੁਨੀਆ ਦੇ ਵਿੱਚ, ਇਹਨਾਂ ਦੇ ਮੰਤਰੀਆਂ ਦੇ ਸਵਾਲ ਉੱਠਦੇ ਰਹੇ। ਮੈਂ ਕਿੰਨੇ ਨਾਮ ਗਨਾਵਾਂ ਪ੍ਰਸਮਜੀਤ ਸਿੰਘ? ਨਹੀਂ ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਤਾਂ ਮੈਂ ਤੇ ਪਹਿਲਾਂ ਸ਼ੁਰੂ 'ਚ ਇਸੇ ਕਰਕੇ ਕਹਿਤਾ ਕਿ ਸੱਤਾ 'ਚ ਆਉਣਾ, ਸਰਕਾਰ 'ਚ ਜਾਣਾ, ਹਾਕਮ ਬਣਨਾ ਇੰਨਾ ਅਟਰੈਕਟਿਵ ਹੋ ਗਿਆ ਕਿ ਮੈਨੂੰ ਲੱਗਦਾ ਨਹੀਂ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਇੰਨੀ ਲੋਕਾਂ ਨੂੰ ਚੇਸ਼ਟਾ ਹੋਏ, ਇੰਨੀ ਕੋਸ਼ਿਸ਼ ਹੋਵੇ ਸੱਤ ਵੱਲ ਭੰਨ ਕੇ ਹਰ ਚੀਜ਼ਾਂ ਲਾ ਕੇ ਉਹਦੇ 'ਚੋਂ ਕੁਛ ਨਾ ਕੁਛ ਮਿਲਦਾ ਤਾਂ ਹੀ ਹੋ ਰਿਹਾ ਨਾ। ਕੋਈ ਥੋੜੀ ਸੇਵਾ ਲਈ ਜਾ ਰਿਹਾ। ਮੈਂ ਕਹਿ ਰਿਹਾ ਕਿ ਇਹ ਕਿਸੇ ਦੇ ਵੀ ਤੁਸੀਂ ਥੋੜੇ ਪੋਤੜੇ ਫੁੱਲੋਗੇ ਤੇ ਥੱਲੇ ਕੁਛ ਨਾ ਕੁਛ ਮਿਲੂਗਾ ਜ਼ਰੂਰ। ਸਵਾਲ ਇੰਨਾ ਹੀ ਆ ਮੇਰਾ ਕਿ ਇਹ ਜੇ ਗੱਲ ਸੱਚੀ ਮੁੱਚੀ ਇਮਾਨਦਾਰੀ ਨਾਲ ਸਿਸਟਮ ਨੂੰ ਸਾਫ਼ ਕਰਨਾ ਚਾਹੁੰਦੇ, ਇਹ ਬੜਾ ਜੋਖਮ ਭਰਿਆ ਫਰੰਟ ਖੋਲ ਲਿਆ। ਦੂਜੀ ਗੱਲ ਜਿਹੜੀ ਕਹਿ ਰਿਹਾ ਸਾਡੇ ਕਾਂਗਰਸ ਦੇ ਪ੍ਰਵਕਤਾ, ਉਹ ਵੀ ਇਹਨਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਵੀ ਇਹ ਨਾ ਹੋਵੇ ਇਹ ਕਰਪਸ਼ਨ ਦੂਰ ਕਰਦੇ ਰਹਿ ਜਾਣ, ਖਜ਼ਾਨੇ 'ਚ ਪੈਸਾ ਵੀ ਨਾ ਆਏ, ਸਿਸਟਮ ਵੀ ਆਪਣੇ ਆਪ 'ਚ ਕੰਮ ਕਰਨਾ ਬੰਦ ਕਰ ਦੇ, ਤੇ ਜਿਹੜੇ ਬਾਕੀ ਦੇ ਕੰਮ ਕਰਨੇ ਸੀਗੇ, ਜਿਹੜੇ ਲੋਕਾਂ ਨੂੰ ਅਸਲ 'ਚ ਰਾਹਤ ਸਿੱਧੇ ਤੌਰ ਤੇ ਬਾਕੀ ਚੀਜ਼ਾਂ 'ਚ ਦੇਣੀ ਹੈ, ਉਹ ਜਿਨ੍ਹਾਂ ਨੂੰ ਹਜ਼ਾਰ ਰੁਪਈਆ ਔਰਤਾਂ ਨੂੰ ਦੇਣਾ ਜਾਂ ਹੋਰ ਸਾਰਾ ਕੁਝ ਕਰਨਾ, ਉਹ ਕੰਮ ਠੱਪ ਹੋ ਜੇ ਕਿਤੇ। ਇਹ ਇਸੇ ਲਾਈਮਲਾਈਟ 'ਚ ਹੀ ਜਲ ਜਲਾਓ ਦੇ ਵਿੱਚ ਹੀ ਸਾਰਾ ਕੰਮ ਕਿਤੇ ਨਾ ਰਹਿ ਜੇ। ਇਹ ਬੈਲੈਂਸ ਇੱਕ ਰੱਖਣਾ ਪਊਗਾ। ਪ੍ਰਸਮਜੀਤ ਸਿੰਘ ਗੱਲਾਂ ਵਿੱਚ ਸਭ ਕੁਝ ਕਹਿ ਜਾਂਦੇ ਆ ਕਿ ਜਿਹੜੀ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਤਾਂ ਕਰੋ। ਇਹ ਗਰੰਟੀ ਥੋੜੀ ਕਹੀ ਸੀਗੀ ਕਿ ਅਸੀਂ ਵਿਜੀਲੈਂਸ ਨੂੰ ਲਾ ਕੇ ਮੰਤਰੀਆਂ ਨੂੰ ਫੜਾਂਗੇ। ਪਹਿਲੇ ਸਵਾਲ ਆ ਜਿਹੜੇ ਗਰੰਟੀਆਂ ਵਾਲੇ ਉਹ ਪ੍ਰਸਮਜੀਤ ਸਿੰਘ ਨੇ ਖੜੇ ਕਰਤੇ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਾਬਕਾ ਵਜ਼ੀਰਾਂ ਤੇ ਸ਼ਿਕੰਜਾ ਕਿਉਂ, ਤੇ ਕਾਂਗਰਸ ਦੇ ਸਪੋਕਸਪਰਸਨ ਨੇ ਕਹਿ ਰਿਹਾ ਕਿ ਧਿਆਨ ਭਟਕਾਉਣ ਲਈ ਸਭ ਕੁਝ ਕੀਤਾ ਜਾ ਰਿਹਾ। ਕੱਲਾ ਧਿਆਨ ਭਟਕਾਉਣ ਲਈ ਸਭ ਕੁਝ ਹੁੰਦਾ ਜਾਂ ਵਾਕਈ ਕੁਝ ਨਿਕਲੇਗਾ, ਰਿਕਵਰੀ ਹੋਵੇਗੀ? ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛਿਆ ਕਰਪਸ਼ਨ ਖਿਲਾਫ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਣ ਵਾਲੀ ਪੋਲਿਟਿਕਸ ਦਾ ਭਵਿੱਖ ਕੀ ਹੈ? ਗੌਰਵ ਸੰਧੂ ਜਿਹੜੀ ਗੱਲ ਤੁਸੀਂ ਕਹੀ ਸੀ ਪ੍ਰਸਮਜੀਤ ਸਿੰਘ ਨੇ ਉਹਨੂੰ ਇੰਡੋਰਸ ਤਾਂ ਕੀਤਾ ਉਸ ਗੱਲ ਨੂੰ, ਪਰ ਸਵਾਲ ਇਹ ਹੈਗਾ ਕਿ ਜੇ ਕਰਪਸ਼ਨ ਫ੍ਰੀ ਕੰਟਰੀ ਚਾਹੀਦੀ ਹੈ, ਕਰਪਸ਼ਨ ਫ੍ਰੀ ਸਟੇਟ ਚਾਹੀਦੀ ਹੈ, ਗੌਰਵ ਸੰਧੂ ਤੁਹਾਡੇ ਵਰਗੇ ਨੌਜਵਾਨ ਜਿਹੜੇ ਹੈਗੇ ਉਹਨਾਂ ਨੂੰ ਤਾਂ ਸਾਥ ਦੇਣਾ ਚਾਹੀਦਾ ਹੈ। ਜੇ ਕਰਪਸ਼ਨ ਖਿਲਾਫ ਸਰਕਾਰ ਕੰਮ ਕਰਦੀ ਪਈ ਹੈ, ਤੁਸੀਂ ਖੜੇ ਹੋ ਜੋ ਨਾਲ, ਅਸੀਂ ਡਟ ਕੇ ਤੁਹਾਡੇ ਨਾਲ ਖੜੇ ਹਾਂ, ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਵੇ, ਸਾਰਿਆਂ ਨੂੰ ਅੰਦਰ ਦਿਓ ਜਿਹੜਾ ਕਰਪਸ਼ਨ ਕੀਤੀ ਹੈ। ਗੌਰਵ ਸੰਧੂ ਬਿਲਕੁਲ। ਇੱਕ ਮਿੰਟ ਕੇਪੀ ਜੀ, ਅਸੀਂ ਕਦੀ ਡਿਨਾਈ ਨਹੀਂ ਕੀਤਾ। ਅਸੀਂ ਆਪਣੀ ਪਾਰਟੀ 'ਚ ਵੀ ਕਹਿੰਦੇ ਰਹੇ ਹਾਂ, ਟਿਕਟਾਂ ਦੀ ਵੰਡ ਵੇਲੇ ਵੀ ਕਹਿੰਦੇ ਰਹੇ ਹਾਂ। ਠੀਕ ਹੈ, ਜੋ ਹੋਇਆ ਹੈ ਸਾਡੀ ਪਾਰਟੀ ਦੇ ਅੰਦਰ ਪਿਛਲੇ 6 ਮਹੀਨਿਆਂ ਦੌਰਾਨ, ਉਹਦਾ ਤਾਂ ਨਤੀਜਾ ਆਮ ਆਦਮੀ ਪਾਰਟੀ ਜਿਹੜੀ ਇੱਕ ਬਦਲਾਅ ਦੇ ਤੌਰ ਤੇ ਆਈ ਹੈ। ਹੋਰ ਇਹਨਾਂ ਕੋਲੇ ਕੋਈ ਇੰਟੈਲੈਕਚੁਅਲ ਜਾਂ ਆਪਾਂ ਇਹ ਗੱਲ ਕਹੀਏ ਵੀ ਇਹਨਾਂ ਦਾ ਕੋਈ ਲੰਬਾ ਚੌੜਾ ਤਜਰਬਾ, ਸਾਰੀਆਂ ਗੱਲਾਂ ਸਮਝ ਗੌਰਵ ਸੰਧੂ, ਮੈਂ ਸਾਰੀਆਂ ਗੱਲਾਂ ਮੰਨ ਲਈਆਂ ਤੁਹਾਡੀਆਂ। ਸਾਬਕਾ ਮੁੱਖ ਮੰਤਰੀ ਦਾ ਭਤੀਜਾ, ਉਹਦੇ ਤੇ ਕੇਸ ਦਰਜ ਹੋਵੇ, ਸਰ ਕਿਹੜੀ ਕਰਪਸ਼ਨ ਦੀ ਗੱਲਾਂ ਕਰਦੇ ਤੁਸੀਂ ਗੌਰਵ ਸੰਧੂ? ਨਹੀਂ, ਅਸੀਂ ਤਾਂ ਬਿਲਕੁਲ ਕਹਿ ਰਹੇ ਜਿਹੜੇ ਕਰਪਸ਼ਨ ਕਿਸੇ ਪਾਰਟੀ ਤੋਂ ਹੋਣ, ਅਸੀਂ ਜੇ ਕੋਈ ਸਾਡੀ ਪਾਰਟੀ ਤੋਂ ਫੜਿਆ ਜਾਂਦਾ ਅਸੀਂ ਡਿਨਾਈ ਨਹੀਂ ਕਰਦੇ। ਜਿੰਨੇ ਪੰਜਾਬ ਦਾ ਪੈਸਾ ਲੁੱਟਿਆ ਉਹ ਕੋਈ ਸਕਾ ਵੀ ਹੋਏ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਇੱਕ ਗੱਲ ਮੈਂ ਕਹਾਂਗਾ
ਜਿਹੜੇ ਕੇਜਰੀਵਾਲ ਜੀ ਨੇ ਹੱਥਾਂ ਦੇ ਉੱਤੇ ਗਿਣਿਆ ਹੋਇਆ ਸੀ ਵੀ ਮੈਂ ਜਿਹੜੀਆਂ ਗਾਰੰਟੀਆਂ ਦੇਣੀਆਂ ਨੇ ਉਹ ਪੈਸਾ ਮੈਂ ਹੱਥਾਂ ਤੇ ਗਿਣਿਆ, ਨੈਕਸਟ ਡੇ ਸਰਕਾਰ ਬਣਦੀ ਪੰਜਾਬ 'ਚ ਜਿਹੜਾ ਕਿ ਇਹਨਾਂ ਨੇ ਕਿਹਾ ਸੀ ਮਾਈਨਿੰਗ ਦੀ ਪਾਲਿਸੀ ਤੇ ਮਾਈਨਿੰਗ ਮਾਫੀਆ ਤੋਂ 20,000 ਕਰੋੜ ਇਕੱਠਾ ਕਰਕੇ, ਵੀ ਉਹ ਸਾਨੂੰ ਪਤਾ ਇੱਕ ਮਿੰਟ ਤੇ ਸ਼ਰਾਬ ਮਾਫੀਆ ਤੋਂ ਸ਼ਰਾਬ ਮਾਫੀਆ ਤੋਂ ਮੈਂ ਆ ਰਿਹਾ ਜਸਵੀਰ ਜੀ ਕਰਾਂਗੇ ਨਹੀਂ, ਉਹ ਅਗਲੇ ਦਿਨ ਕਿਹਾ ਸੀ 24 ਘੰਟੇ 'ਚ ਕਰਾਂਗੇ, ਨਹੀਂ ਕਰਾਂਗੇ ਇਹਦਾ ਮਤਲਬ 2 ਸਾਲਾਂ ਬਾਅਦ ਨਹੀਂ ਕਰੋਗੇ। ਚਲੋ ਗੌਰਵ ਸੰਧੂ ਤੁਸੀਂ ਥੋੜਾ ਇੰਡੋਰਸ ਕਰ ਦਿਓ ਨਾ ਆਮ ਆਦਮੀ ਪਾਰਟੀ ਸਰਕਾਰ ਨੂੰ, ਮੈਂ ਨਹੀਂ ਕਹਿੰਦਾ ਤੁਸੀਂ ਉਹਨਾਂ ਦੇ ਨਾਲ ਤੁਰ ਪਓ, ਥੋੜਾ ਇੰਡੋਰਸ ਕਰ ਦਿਓ, ਹੋ ਸਕਦਾ ਇਹਨਾਂ ਤੋਂ ਰਿਕਵਰੀਆਂ ਕਰਕੇ ਉਹਦੀਆਂ ਗਰੰਟੀਆਂ ਪੂਰੀਆਂ ਕਰਨੀਆਂ ਸ਼ੁਰੂ ਕਰ ਦੇਣ। ਗੌਰਵ ਸੰਧੂ ਸਰ ਅਸੀਂ ਜਦੋਂ ਕਰਪਸ਼ਨ ਨਾਲ ਲਿਪਤ ਨਹੀਂ ਹੈਗੇ, ਮੈਨੂੰ ਪਤਾ ਨਹੀਂ ਪਰਸਨਲੀ ਹੈ ਨਾ, ਕੋਈ ਮੇਰੀ ਫਾਈਲ ਖਿਲਾ ਲੇ, ਮੈਂ ਇੱਥੇ ਚੈਲੰਜ ਕਰਕੇ ਕਹਿਣਾ, ਸਮਝਦੇ ਹੋ ਨਾ, ਜਿਹੜੇ ਅਗਾਊ ਜ਼ਮਾਨਤਾਂ ਮੰਗਦੇ ਨੇ ਜਾਂ ਕਰ ਰਹੇ ਨੇ ਜਿੰਨਾ ਕਰਪਸ਼ਨ ਕੀਤੀ ਉਹਨਾਂ ਨੂੰ ਅੰਦਰ ਦੋ, ਜਿਉ ਸਭ ਸੇ ਦੋ। ਪਰ ਇਹ ਲੋਕਾਂ ਦਾ ਧਿਆਨ ਮੈਂ ਤਾਂ ਕਹਿ ਰਿਹਾ, ਜੇ ਪਹਿਲੇ ਦਿਨ ਤੋਂ ਇਹਨਾਂ ਨੇ 4 ਮਹੀਨੇ, ਕਿਉਂਕਿ ਬੜਾ 5 ਸਾਲ ਦਾ ਵਕਫਾ ਹੈ, 5 ਸਾਲ 'ਚ ਸਾਰੀ ਕਾਂਗਰਸ ਅੰਦਰ ਦੇ ਸਕਦੇ ਨੇ, ਪਹਿਲੇ 5 ਮਹੀਨੇ ਸਾਲ ਤਾਂ ਲੈਣ ਗਰੰਟੀਆਂ ਪੂਰੀਆਂ ਕਰਨ ਨੂੰ। ਕੀ ਇਹ ਕਹਿੰਦੇ ਨੇ ਸਾਰੇ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ, ਇੱਕ ਮਿੰਟ, ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਉਹ ਸਾਰਾ ਪੈਸਾ ਅਸੀਂ ਵਾਪਸ ਕਰਾਵਾਂਗੇ, ਕੀ ਇਹ FIR ਕਰਕੇ ਪੈਸਾ ਕਰਾ ਸਕਦੇ? 10-10 ਸਾਲ ਲੱਗ ਜਾਂਦੇ ਨੇ ਇਹਨਾਂ ਨੂੰ ਜੁਡੀਸ਼ਰੀ 'ਚ ਪ੍ਰੂਵ ਕਰਨ ਨੂੰ ਵੀ ਕਿਸੇ ਨੇ ਲੁੱਟਿਆ, ਉਹਨਾਂ ਦੀਆਂ ਪ੍ਰਾਪਰਟੀ ਸੀਜ਼ ਕਰ ਲਓ। ਪਹਿਲਾਂ ਆਪਣੀਆਂ ਗਰੰਟੀਆਂ ਤੇ ਧਿਆਨ ਦਿਓ, ਜਿਹੜੀ ਸਾਲ ਗਰੰਟੀਆਂ ਪੂਰੀਆਂ ਕਰੋ। ਅਸੀਂ ਤਾਂ ਤੁਹਾਨੂੰ ਮੰਨੀਏ, ਲੋਕਾਂ ਦਾ, ਮੈਂ ਤਾਂ ਕਹਿ ਰਿਹਾ ਲੋਕਾਂ ਦਾ ਧਿਆਨ ਭਟਕਾ ਰਹੇ ਨੇ, ਕਿਉਂਕਿ ਗਰੰਟੀਆਂ ਤੋਂ ਭੱਜ ਗਏ ਨੇ, ਉਹ ਪੂਰੀਆਂ ਨਹੀਂ ਹੋਣੀਆਂ, ਪੈਸਾ ਇਹਨਾਂ ਕੋਲ ਆ ਨਹੀਂ ਰਿਹਾ ਕਿਤੇ। ਚਲੋ ਜਸਵੀਰ ਜੀ ਇਹ ਕਹਿ ਰਹੇ ਆ ਕਿ ਤੁਸੀਂ ਧਿਆਨ ਭਟਕਾ ਰਹੇ ਹੋ, ਜਾਂ ਤੁਸੀਂ ਇਹ ਸ਼ੋਰ ਕਰੋ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਲੋਕਾਂ ਤੋਂ ਰਿਕਵਰੀ ਕਰਾਵਾਂਗੇ, ਅਸੀਂ ਜਿਹੜੀ ਕਰਪਸ਼ਨ ਹੋਈ ਆ ਉਹ ਰਿਕਵਰੀ ਦੇ ਨਾਲ ਗਰੰਟੀਆਂ ਵੀ ਪੂਰੀਆਂ ਕਰੋਗੇ, ਕਿਉਂਕਿ ਖਜ਼ਾਨੇ ਵਿੱਚ ਪੈਸਾ ਹੈ ਨਹੀਂ, ਕਾਂਗਰਸ ਕਹਿ ਰਹੀ ਹੈ। ਦੇਖੋ ਜੀ, ਇਹ ਕਾਂਗਰਸ ਦੇ ਪ੍ਰਵਕਤਾ ਬਹੁਤ ਗੱਲਾਂ ਦੇ ਵਿੱਚ ਠੀਕ ਹੈ, ਇਹਨਾਂ ਤੋਂ ਬੜਾ ਐਕਸਪੀਰੀਅੰਸ ਸੀਗਾ। ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ, ਜੇ ਐਕਸਪੀਰੀਅੰਸ ਸੀਗਾ ਜਿੰਨਾ 2010 ਤੋਂ ਲੈ ਕੇ 20 ਤੱਕ 22 ਤੱਕ ਜਿੰਨਾ ਕਰਜ਼ਾ ਚੜਿਆ ਆ, ਉਹ ਤੁਹਾਡੀ ਐਕਸਪੀਰੀਅੰਸ ਸਭ ਲੋਕਾਂ ਨੂੰ ਦਿਸ ਰਿਹਾ। ਰੁਕਣ ਵਾਲੇ ਨਹੀਂ, ਬੋਲਣਾ ਨਹੀਂ, ਮੈਂ ਬੋਲਿਆ ਨਹੀਂ ਤੁਹਾਡੇ ਵਿੱਚ। ਇੱਕ ਮਿੰਟ ਜਸਵੀਰ ਜੀ, ਜਸਵੀਰ ਜੀ ਗੌਰਵ ਸੰਧੂ ਦਾ ਨਾ ਜਵਾਬ ਦਿਓ ਤੁਸੀਂ, ਇੱਕ ਮਿੰਟ ਸੁਣ ਤਾਂ ਲਓ ਨਾ ਜਸਵੀਰ ਜੀ। ਜਸਵੀਰ ਤੁਸੀਂ ਕਰਜ਼ਾ ਨਹੀਂ ਚੱਕਦੇ ਪਏ? ਇੱਕ ਮਿੰਟ ਜੀ, ਮੈਂ ਉੱਤੇ ਵੀ ਆਉਣ ਲੱਗਾ ਗੌਰਵ KP ਸਾਹਿਬ, ਇੱਕ ਮਿੰਟ। ਹਾਂ ਬੋਲੋ 2016 ਤੋਂ ਲੈ ਕੇ ਨਾ ਇਹ ਬੜੇ ਐਕਸਪੀਰੀਅੰਸ ਮੈਨ ਹੈ, ਇਹ 'ਚ ਕੋਈ ਦੋ ਰਹਿਮਾ ਨਹੀਂ। ਇਹਨੇ ਕੀ ਕੀਤਾ, ਜਿਹੜਾ ਵਿੱਤ ਕਮਿਸ਼ਨ ਜਿਹੜਾ ਮੁਲਾਜ਼ਮਾਂ ਦਾ ਫੰਡ ਸੀਗੇ, ਪੇ ਕਮਿਸ਼ਨ ਸੀਗਾ, ਇਹਨੇ 2016 ਤੋਂ 2021 ਨਵੰਬਰ ਤੱਕ ਨਹੀਂ ਦਿੱਤਾ, ਤਾਂ ਲੋਕਾਂ ਨੂੰ ਗਾਂ ਦਸੰਬਰ ਤੋਂ ਚੱਕਤਾ। ਜਿਹੜਾ ਪਿਛਲਾ ਉਹ ਖੜਾ ਹੈ ਅੱਜ ਵੀ, ਠੀਕ ਹੈ। ਇਸ ਕਰਕੇ ਬਹੁਤ ਐਕਸਪੀਰੀਅੰਸ ਮੈਨ ਹੈ, ਇਹਨਾਂ ਦਾ ਮੈਂ ਕਦਰ ਕਰਦਾ ਇਹਨਾਂ ਦੇ ਨੁਕਤਿਆਂ ਦੀ। ਦੂਸਰੀ ਗੱਲ, ਮਨਜੀਤ ਜੀ ਨੇ ਗੱਲ ਕੀਤੀ ਸੀਗੀ ਕਿ ਕਿਤੇ ਪ੍ਰਸ਼ਾਸਨ ਇੰਨਾ ਧੱਕਾ ਕਰਦਾ। ਮਨਜੀਤ ਜੀ, ਮੈਂ ਆਪ ਜੀ ਨਾਲ ਸਾਂਝ ਪਾਉਣੀ ਚਾਹੁੰਦਾ, ਬਲੀਵ ਕਰਿਓ, ਅਫਸਰਾਂ ਦੇ ਕੋਲੋਂ ਇੱਕ 2 ਵਾਰੀ ਅਸੀਂ ਲੋਕਾਂ ਤੋਂ ਲੈ ਪੈਸੇ ਮਿਹਨਤ ਨਾਲ ਘਰੀ ਬਚਾਉਨੇ ਆ ਉਹਨਾਂ ਦੇ, ਪਲੀਜ਼ ਸੁਧਰ ਜਾਓ। ਅਸੀਂ ਕੋਈ ਅਤਿਆਚਾਰੀ ਨਹੀਂ ਗਏ, ਅਸੀਂ ਅਫਸਰ ਕਿਤੇ ਬਾਹਰੋਂ ਨਹੀਂ ਲਿਆਉਣੇ, ਇਹੋ ਹੀ ਅਫਸਰ ਹੈ, ਅਸੀਂ ਇਹਨਾਂ ਨੂੰ ਹੱਥ ਜੋੜਦੇ ਆ, ਅਸੀਂ ਉਹਨਾਂ ਨੂੰ ਹੱਥ ਨਹੀਂ। ਪ੍ਰੈਸ ਮਨਜੀਤ ਸਿੰਘ ਦਾ ਸਵਾਲ ਇਹ ਸੀਗਾ ਕਿ ਤੁਸੀਂ ਸਿਸਟਮ ਨੂੰ ਕਲੈਪਸ ਨਾ ਕਰ ਲਓ, ਕਿਤੇ ਸਿਸਟਮ ਵੀ ਤੁਹਾਡੇ ਨਾਲ ਕੰਮ ਕਰਨਾ ਨਾ ਬੰਦ ਕਰ ਦੇਵੇ ਕਿਤੇ। ਗਿੱਲ ਸਾਹਿਬ, ਤੁਸੀਂ ਇੱਕੋ ਮੁਹਾਨੇ ਤੇ ਸਾਰੀਆਂ ਰਡਾਰਾਂ ਖੋਲਤੀਆਂ, ਉਹ ਕਹਿੰਦੇ ਹੌਲੀ ਹੌਲੀ ਕਰ ਲਓ, ਗਰੰਟੀਆਂ ਵੀ ਪੂਰੀਆਂ ਕਰੋ ਨਾਲ। ਦੇਖੋ ਜੀ, ਗਰੰਟੀਆਂ ਅਸੀਂ ਪੂਰੀਆਂ 3 ਮਹੀਨੇ ਹੋਏ ਆ ਜੀ, ਠੀਕ ਆ। ਅਸੀਂ 36,000 ਕੁਝ ਮੁਲਾਜ਼ਮ ਪੱਕਾ, ਔਰ ਮੇਰੇ ਕੋਲ ਐਵਰੀਡੇ ਆ ਰਹੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ। ਸਾਤੋਂ ਇੱਕ ਮਿੰਟ ਜੀ, ਪਟਵਾਰੀ ਵੀ ਆਏ ਮੇਰੇ ਕੋਲ, ਟਾਂਡੇ ਹਟਵਾਰੀ ਮੇਰੇ ਕੋਲ, ਇੱਕ ਮਿੰਟ ਜੀ ਬੋਲੋ ਨਾ, ਮੈਂ ਦੱਸਣ ਲੱਗਾ ਤੁਹਾਨੂੰ। ਪਟਵਾਰੀ ਉਹ ਆਏ ਆ, ਇੱਕ ਮਿੰਟ ਵੀਰ ਮੇਰਾ ਯਾਰ, ਸੁਣ ਲਈਏ ਪਟਵਾਰੀ ਨਾਲ ਵੀ ਬਹੁਤ ਅੰਕੜੇ ਇਹਨਾਂ ਦੇ ਖਰਾਬ ਰਹੇ ਆ। ਬੋਲੋ ਜਸਵੀਰ ਸਿੰਘ, ਬੋਲੋ। ਹਾਂਜੀ, ਜਿਹੜੇ ਪਟਵਾਰੀਆਂ ਦੇ ਸੀਗੇ, ਉਹਨਾਂ ਦੀ ਜਿਹੜੇ ਪਟਵਾਰੀ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ, ਉਹਨਾਂ ਦਾ 2 ਸਾਲ ਦਾ ਪੀਰੀਅਡ ਦਾ ਕੋਰਸ ਸੀ, ਅਸੀਂ 1 ਸਾਲ ਦਾ ਕੀਤਾ। ਜਿਹੜੀ ਭਾਈ ਸਾਹਿਬ ਗੱਲ ਕਰਦੇ ਆ, ਉਹ 1 ਸਾਲ ਨੂੰ ਅਸੀਂ ਕਵਰ ਕਰਨੇ ਨੂੰ ਜਿਹੜੇ ਰਿਟਾਇਰ ਪਟਵਾਰੀ ਸੀਗੇ ਉਹਨਾਂ ਨੂੰ ਆਪਸ਼ਨ ਦਿੱਤੀ ਆ। ਚਲੋ ਆਪਸ਼ਨ ਦਿੱਤੀ ਆ, ਠੀਕ ਇੱਕ ਮਿੰਟ ਪਲੀਜ਼, ਇੱਕ ਮਿੰਟ ਪ੍ਰੈਸ ਜੀ ਸੇ ਬੋਲੋ ਪਲੀਜ਼। ਮੈਂ ਤੇ ਇੰਨੀ ਗੱਲ ਕਹਿਣਾ ਕਿ ਤੁਸੀਂ ਜੇ ਇਹਨਾਂ ਦੇ ਪਿਛਲੇ 4 ਮਹੀਨਿਆਂ ਦੀ ਕਾਰਵਾਈ ਦੇਖੋ ਨਾ, ਆਮ ਆਦਮੀ ਪਾਰਟੀ ਦੀ ਪਹਿਲੀ ਸਟ੍ਰੈਟਜੀ ਇਹ ਸੀ ਕਿ ਇਹਨਾਂ ਨੇ ਦੱਬੀਆਂ ਜ਼ਮੀਨਾਂ ਛਡਾਉਣੀਆਂ। ਉਹਨਾਂ ਦਾ ਮਤਲਬ ਇਹ ਸੀ ਕਿ ਜੇ ਦੱਬੀਆਂ ਜ਼ਮੀਨਾਂ ਛਡਾਵਾਂਗੇ, ਉਹਨਾਂ ਨੂੰ ਆਕਸ਼ਨ ਕਰਾਂਗੇ ਜਾਂ ਉਹਦੇ ਚ ਕਿਸੇ ਕਿਸਮ ਦਾ
ਉਹ ਸਰਕਾਰ ਦੇ ਖਜ਼ਾਨੇ 'ਚ ਪੈਸਾ ਆਊ। ਉਹ ਜਿਹੜੀਆਂ ਜ਼ਿਮੀਂਦਾਰ ਸੀ ਆਮ ਲੋਕਾਂ ਨੇ ਉਹ ਡੰਡੇ ਝੰਡੇ ਲੈ ਕੇ ਖੜੇ ਹੋ ਗਏ ਤੇ ਕਈ ਵਾਰੀ ਕਈ ਜਗ੍ਹਾ ਤੇ ਛਡਾਈਆਂ ਆਈਆਂ ਵੀ ਦੁਬਾਰਾ ਕਬਜ਼ਾ ਉਹਨਾਂ ਨੇ ਕਰ ਲਿਆ। ਉਹ ਹੁਣ ਅੱਜ ਕੱਲ ਬੰਦ ਹੋ ਗਿਆ, ਉਹ ਸਾਰਾ ਕੰਮ ਖਜ਼ਾਨੇ 'ਚ ਆਉਣਾ ਬੰਦ ਹੋ ਗਿਆ। ਹੁਣ ਇਹਨਾਂ ਨੂੰ ਆ ਕਿ ਯਾਰ ਸਿਸਟਮ ਹੀ ਜਿਹੜਾ ਚੱਲਦਾ ਨਹੀਂ, ਪੈਸਾ ਕਿੱਥੋਂ ਆਉਣਾ, ਸਿਸਟਮ ਦੀ ਲੀਕੇਜ ਬੰਦ ਕਰੋ। ਇਹ ਹੁਣ ਸਟ੍ਰੈਟਜੀ ਨੰਬਰ 2। ਮੈਂ ਇਹ ਕਹਿਣਾ ਕਿ ਜੇ ਹੁਣ ਕਿਉਂਕਿ ਬੱਲੇ ਨਹੀਂ ਢੇਲਾ ਕਰਦੀ ਫਿਰਦੀ ਮੇਲਾ ਮੇਲਾ, ਸਵਾਲ ਤੇ ਆਹ ਹੀ ਆ ਕਿ ਉਹ ਖਜ਼ਾਨੇ 'ਚ ਪੈਸਾ ਕਿੱਥੋਂ ਆਵੇ। ਹੁਣ ਖਜ਼ਾਨੇ 'ਚ ਪੈਸਾ ਲਿਆਉਣ ਦਾ ਇਹ 2 ਨੰਬਰ ਸਟ੍ਰੈਟਜੀ ਹੈਗੀ ਆ। ਮੈਂ ਇਹ ਕਹਿਣਾ ਕਿ ਕਰਪਸ਼ਨ ਤੇ ਦੂਰ ਹੋਣੀ ਚਾਹੀਦੀ ਆ, ਪਰ ਕੀ ਇਸ ਦੇ ਨਾਲ ਤੁਹਾਡੇ ਖਜ਼ਾਨੇ 'ਚ ਪੈਸਾ ਆਊ ਕਿ ਜਾਂ ਉਂਝ ਇੱਥੇ ਭੰਗ ਭੁੱਜਦੀ ਰਹੂਗੀ? ਇਹ ਥੋੜਾ ਜਿਹਾ ਤੁਸੀਂ ਠੀਕ ਹਾਂ, ਇੱਕ ਮਿੰਟ ਕੇਪੀ ਸਾਹਿਬ ਮੇਰਾ ਜਵਾਬ ਜ਼ਰੂਰ ਲਓ। ਜਸਵੀਰ ਜੀ ਆ ਰਿਹਾ, ਇੱਕ ਮਿੰਟ ਪਲੀਜ਼, ਇੱਕ ਮਿੰਟ ਮੇਰੇ ਜਵਾਬ ਜ਼ਰੂਰ ਲਓ ਕਿਉਂਕਿ ਅਕਾਲੀ ਦਲ ਨੂੰ ਵੀ ਟਾਈਮ ਦੇਣਾ। ਮੈਂ ਜਸਵੀਰ ਜੀ ਆ ਰਿਹਾ, ਜਸਵੀਰ ਜੀ ਆ ਰਿਹਾ, ਅਕਾਲੀ ਦਲ ਨੂੰ ਵੀ ਮੈਂ ਟਾਈਮ ਦੇਣਾ। ਨਹੀਂ ਇਦਾਂ ਮੈਂ ਆ ਰਿਹਾ, ਜਸਵੀਰ ਜੀ ਆ ਰਿਹਾ ਸਰ, ਆ ਰਿਹਾ ਸਰ, ਜਸਵੀਰ ਜੀ ਆ ਰਿਹਾ ਸਰ, ਆ ਰਿਹਾ। ਬਲਰਾਜ ਜੀ ਖਜ਼ਾਨੇ 'ਚ ਪੈਸਾ ਇਦਾਂ ਹੀ ਆਊਗਾ, ਰਿਕਵਰੀਆਂ ਹੋ ਜਾਣਗੀਆਂ? ਨਹੀਂ ਸਰ, ਪਹਿਲਾਂ ਮੈਂ ਨਾ ਐਮਐਲਏ ਸਾਹਿਬ ਦਾ ਗੱਲ ਦਾ ਥੋੜਾ ਜਿਹਾ ਜਵਾਬ ਦੇ ਦਿੰਦਾ ਕਿ ਜਿਵੇਂ ਇਹਨਾਂ ਨੇ ਕਹਿੰਦੇ ਨੇ ਵੀ ਨੌਕਰੀਆਂ ਦਿੱਤੀਆਂ, ਜਿਹੜਾ ਬਿਜਲੀ ਬੋਰਡ ਦੇ ਵਿੱਚ ਇਹਨਾਂ ਨੇ ਬੰਦੇ ਰੱਖੇ ਨੇ ਉਹ ਸਾਰੇ ਰਾਜਸਥਾਨ ਦੇ ਰੱਖੇ ਨੇ, ਇੱਕ ਵੀ ਪੰਜਾਬ ਦਾ ਨਹੀਂ ਰੱਖਿਆ। ਜੇ ਬੇਈਮਾਨ ਉਹ ਜਾਣਦਿਆ ਕਰੋ, ਨਾ ਝੂਠ ਬੋਲੋ ਭਾਈ ਸਾਹਿਬ। ਤੁਹਾਨੂੰ ਲੋਕ ਦੇਖ ਰਹੇ, ਮੇਰੇ ਹਲਕੇ ਦੇ ਲੋਕ ਮੈਨੂੰ ਡੱਬੇ ਦੇ ਕੇ ਗਏ, ਉਹ ਪੰਜਾਬੀ ਪੱਗਾਂ ਵਾਲੇ ਸੀਗੇ। ਏਦਾਂ ਨਾ ਕਰੋ, ਗੁੰਮਰਾਹ ਨਾ ਕਰੋ। ਚਲੋ ਹਾਂ, ਬਿਜਲੀ ਬੋਰਡ 'ਚ ਮੇਰੇ ਵੀ 3 4 ਜਸਵੀਰ ਜੀ ਤੁਸੀਂ ਕਾਊਂਟਰ ਕਰਤਾ, ਚਾਰ ਬੰਦੇ ਮੈਨੂੰ ਡੱਬੇ ਦੇ ਕੇ ਗਏ ਪੰਜਾਬੀ ਆਪਣੇ। ਜਸਵੀਰ ਜੀ ਕਾਊਂਟਰ ਕਰਤਾ ਤੁਸੀਂ। ਬਲਰਾਜ ਜੀ ਆਪਾਂ ਉਹੀ ਗੱਲ ਕਰੀਏ ਜਿੰਦੇ ਆਪਣੇ ਕੋਲ ਫੈਕਟਸ ਹੈਗੇ ਆ, ਐਵੇਂ ਹਵਾ 'ਚ ਨਾ ਗੱਲਾਂ ਕਰੋ ਸਰ। ਸਾਡਾ ਦਰਸ਼ਕ ਆਵਾਜ਼ ਨਹੀਂ, ਗੱਲਾਂ ਨਹੀਂ ਸੁਣਦਾ ਸਰ, ਬੋਲੋ ਪਲੀਜ਼। ਸਰ ਮੇਰੇ ਕੋਲ ਵੀ ਫੈਕਟ ਹੈਗੇ ਆ, ਮੇਰੇ ਕੋਲ ਵੀ ਲਿਸਟ ਆਈ ਹੈ ਜਿਹੜੇ ਬੰਦੇ ਉੱਥੇ ਗਏ, ਮੈਂ ਵੀ ਉਹਨਾਂ ਦੇ ਐਡਰੈਸ ਪੜ੍ਹ ਕੇ ਦੱਸ ਰਿਹਾ ਜੀ। ਹਾਂ ਬੋਲੋ ਆਪਣੀ ਗੱਲ ਪੂਰੀ ਕਰੋ। ਦੂਜੀ ਗੱਲ ਇਹ ਸਰ, ਜੇ ਦੂਜਿਆਂ ਨੂੰ ਬੇਈਮਾਨ ਕਹਿੰਦੇ ਬਿਲਕੁਲ ਠੀਕ ਹੈ, ਜਿਨ੍ਹਾਂ ਨੇ ਬੇਈਮਾਨੀ ਕੀਤੀ ਉਹਨੂੰ ਅੰਦਰ ਦਿਓ, ਪਰ ਜਿਹੜੇ ਇਹਨਾਂ ਦੇ ਆਪਣੇ ਫਰੈਸ਼ ਐਮਐਲਏ ਉਹਨਾਂ ਦੇ ਉੱਤੇ ਮੈਂ ਤਾਂ ਆਪ ਕਹਿੰਦਾ ਜੀ, ਚਾਹੇ ਕੋਈ ਆਮ ਆਦਮੀ ਪਾਰਟੀ ਦਾ ਹੋਵੇ, ਮੈਂ ਤਾਂ ਕਿਹਾ ਇਹ ਗੱਲ ਪੁੱਛੋ ਜੀ, ਮੈਂ ਤਾਂ ਪਹਿਲਾਂ ਗੱਲ ਕਹੀ ਆ। ਤੁਸੀਂ ਬਲਰਾਜ ਜੀ ਤੁਸੀਂ ਦੇ ਦਿਓ ਨਾ ਸਬੂਤ। ਬਲਰਾਜ ਜੀ ਤੁਸੀਂ ਸਬੂਤ ਦੇ ਦਿਓ ਇਹਨਾਂ ਨੂੰ। 3 ਮਹੀਨੇ ਹੋਏ, 4 ਮਹੀਨੇ ਹੋਏ, ਕਿਉਂ ਤੁਹਾਨੂੰ ਪਾਲਾ ਪਿਆ ਸਾਰੇ? ਕਰਪਸ਼ਨ ਬੰਦ ਹੋਣੀ ਚਾਹੀਦੀ ਕਿ ਨਹੀਂ? ਮੈਨੂੰ ਇੱਕ ਜਵਾਬ ਦੇ ਦਿਓ। ਦੋਨੇ ਕਾਂਗਰਸ ਦੇ ਔਰ ਅਕਾਲੀ ਦਲ ਦੇ ਮੈਨੂੰ ਇੱਕ ਜਵਾਬ ਦੇ ਦੇਣ, ਜੇ ਨਹੀਂ ਪੰਜਾਬ ਦਾ ਨੁਕਸਾਨ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਮੈਂ ਆ ਰਿਹਾ, ਗੌਰਵ ਜੀ ਆ ਰਿਹਾ, ਮੈਂ ਇਸ ਗੱਲ ਤੋਂ ਹੀ ਮੁੱਕਰਦੇ। ਹਾਂ ਬੋਲੋ ਗੌਰਵ ਜੀ, ਬੋਲੋ। ਔਰ ਕੇਪੀ ਜੀ ਜਿਹੜੀ ਮਰਜ਼ੀ ਜੀ ਨੇ ਗੱਲ ਕੀਤੀ, ਜਸਵੀਰ ਏਦਾਂ ਨਾ ਕਰੋ, ਕਿਸੇ ਨੂੰ ਕੋਈ ਸਮਝ ਹੀ ਨਹੀਂ ਆਉਣਾਗਾ, ਏਦਾਂ ਨਾ ਕਰੋ ਪਲੀਜ਼ ਜਸਵੀਰ ਜੀ। ਹਾਂ ਗੌਰਵ ਸੰਧੂ ਪਲੀਜ਼। ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਨੂੰ, ਸਾਡੇ ਜਿਹੜੇ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਨੇ, ਇਹਨਾਂ ਨੂੰ ਇੱਕ ਦੱਸਦਾ, ਅਸੀਂ ਕੋਈ ਕਰਪਸ਼ਨ ਦੇ ਉਲਟ ਨਹੀਂ। ਜੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਜਾਂ ਜਿਨ੍ਹਾਂ ਤੋਂ ਲੋਕ ਕੱਚੇ ਸੀ ਉਹਨਾਂ ਨੂੰ ਲੋਕਾਂ ਨੇ 2022 ਦੇ ਵਿੱਚ ਨਕਾਰਤਾ। ਅਸੀਂ ਮੰਨਦੇ ਹਾਂ, ਅਸੀਂ ਨੌਜਵਾਨ ਹਾਂ, ਜੇ ਸਾਨੂੰ ਪਾਰਟੀ ਨੇ ਮੌਕਾ ਨਹੀਂ ਦਿੱਤਾ, ਜਿਨ੍ਹਾਂ ਨੂੰ ਦਿੱਤੇ ਉਹਨਾਂ ਨੇ ਕਰਪਸ਼ਨ ਕੀਤੀ ਜਾਂ ਕੁਝ ਕੀਤਾ ਪਿਛਲੇ ਸਾਲਾਂ ਦੇ ਵਿੱਚ, ਜਿਨ੍ਹਾਂ ਦੇ ਦਹਾਕਿਆਂ ਦੇ ਵਿੱਚ ਕਹਿ ਸਕਦੇ ਹਾਂ ਅਸੀਂ, ਉਹਨਾਂ ਨੂੰ ਸਜ਼ਾ ਤਾਂ ਲੋਕਾਂ ਨੇ ਦੇ ਦਿੱਤੀ। ਦੂਜੀ ਤੁਸੀਂ ਪੜ ਰਹੇ ਹੋ, ਉਹ ਵੀ ਅਸੀਂ ਸਜ਼ਾ ਹੀ ਮੰਨਦੇ ਹਾਂ। ਹੁਣ ਤੀਜੀ ਸਜ਼ਾ ਦੀ ਜਿਹੜੀ ਗੱਲ ਹੈ ਜੁਡੀਸ਼ਰੀ ਨੇ ਦੇਣੀ ਹੈ। ਅਸੀਂ ਤਾਂ ਬਦਲਾਖੋਰੀ ਕਹਿ ਰਹੇ ਹਾਂ, ਤਾਂ ਇਹਨੂੰ ਨੌਟੰਕੀ ਕਹਿ ਰਹੇ ਹਾਂ। ਤੁਸੀਂ ਆਪਣੀਆਂ ਗਰੰਟੀਆਂ 6 ਮਹੀਨੇ ਪੂਰੀਆਂ ਕਰਦੇ, 1 ਸਾਲ, ਉਸ ਤੋਂ ਬਾਅਦ ਫੜਾਫੜੀ ਕਰਦੇ 4 ਸਾਲ ਪਏ ਸੀ। ਫਿਰ ਅਸੀਂ ਵੀ ਕਹਿੰਦੇ ਇੱਕ ਮਿੰਟ ਜਸਵੀਰ ਜੀ, ਇੱਕ ਮਿੰਟ ਜਸਵੀਰ ਜੀ, ਤੁਸੀਂ ਤਾਂ ਪਿਛਲੇ ਜਸਵੀਰ ਜੀ ਆਪਾਂ ਇਦਾਂ ਨਾ ਕਰੀਏ। ਗੌਰਵ ਸੰਧੂ ਤੁਸੀਂ ਇੰਨੇ ਸਾਲ ਸਰਕਾਰਾਂ ਚਲਾਈਆਂ, ਇਹਨਾਂ ਕੋਲ ਜਾਦੂ ਛੜੀ ਆ, 4 ਮਹੀਨੇ ਕਹਿੰਦੇ ਸਾਰਾ ਕੁਝ ਪੂਰਾ ਕਰ ਦੋ। ਤੁਸੀਂ 75-25 ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇ ਆ, ਤੁਹਾਡੀ ਪਾਰਟੀ ਦੇ ਆਪਦੇ ਬੰਦੇ ਇਲਜ਼ਾਮ ਲਾਉਂਦੇ ਰਹੇ ਤੁਹਾਡੇ ਤੇ। ਜਿਨ੍ਹਾਂ ਤੇ ਕੇਪੀਜੀ 75-25 ਦੇ ਇਲਜ਼ਾਮ ਲੱਗੇ ਉਹ ਅਸੀਂ ਪਾਰਟੀ ਚੋਂ ਵੀ ਕੱਢੇ ਤੇ ਉਹਨਾਂ ਨੂੰ ਲੋਕਾਂ ਨੇ ਵੀ ਨਕਾਰਿਆ। ਅਸੀਂ ਕਦੀ ਨਹੀਂ ਕਹਿੰਦੇ ਕਿ ਕਰਪਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ। ਅਸੀਂ ਘਰ ਦੇ ਅੰਦਰ ਰਹਿ ਕੇ, ਤੁਹਾਨੂੰ ਕੀ ਪਤਾ ਕਿੰਨੀ ਲੜਾਈ ਲੜਦੇ ਆ ਕਰਪਸ਼ਨ ਦੇ ਖਿਲਾਫ, ਆਪਣੇ ਘਰ ਦੇ ਅੰਦਰ ਰਹਿ ਕੇ। ਦੂਜੀ ਗੱਲ ਇਹ ਕਹਿੰਦੇ ਨੇ ਕਰਪਸ਼ਨ ਦੇ ਅਸੀਂ ਖਿਲਾਫ ਆ। 1 ਮਿੰਟ, ਸਤਿੰਦਰ ਜੈਨ ਤੁਹਾਡੇ ਘਰ ਦਾ ਬੰਦਾ, ਹੈਲਥ ਮਿਨਿਸਟਰ ਦਿੱਲੀ ਜੀ ਦੇ, ਜਿਹੜਾ ਹੁਣ ਅੰਦਰ ਹੈ, ਜਿਹਦੇ ਕੋਲੋਂ ਰਿਕਵਰੀਜ਼ ਵੀ ਹੋਈਆਂ, ਤੁਸੀਂ ਉਹਦੀ ਜ਼ਮਾਨਤ ਕਰਾ ਲਓ। ਚਲੋ ਜੇ ਉਹ ਨਿਰਦੋਸ਼ ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ। ਤੁਹਾਡਾ ਪੁਆਇੰਟ ਹੈ ਜਿਹੜਾ ਮੈਂ ਲੈ ਕੇ ਆ ਰਿਹਾ ਗੌਰਵ ਸੰਧੂ, ਤੁਹਾਡਾ ਪੁਆਇੰਟ ਲੈ ਕੇ ਆ ਰਹੇ ਹਾਂ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਾਬਕਾ ਵਜ਼ੀਰਾਂ ਤੇ ਸ਼ਿਕੰਜਾ ਕਿਉਂ, ਵਾਪਸ ਆ ਕੇ ਫਿਰ ਪੁੱਛੂੰਗਾ ਜੀ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਤੇ ਵੱਡਾ ਸਵਾਲ ਮੈਂ ਪੁੱਛ ਰਿਹਾ ਕਿ ਕਰਪਸ਼ਨ ਖਿਲਾਫ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਣ ਵਾਲੀ ਪੋਲਿਟਿਕਸ ਆਪ ਇੱਕ ਹੀ ਹੈ। ਜਸਵੀਰ ਸਿੰਘ ਗਿੱਲ ਜੀ, ਸਰ ਮੈਂ ਬੜਾ ਸਪੈਸੀਫਿਕ ਸਵਾਲ ਕਰ ਰਿਹਾ, ਉਹਦਾ ਕਿਰਪਾ ਕਰਕੇ ਜਵਾਬ ਦੇ ਦਿਓ। ਸਤਿੰਦਰ ਜੈਨ
ਦਿੱਲੀ ਦੇ ਮੰਤਰੀ ਉਹਨਾਂ ਤੋਂ ਰਿਕਵਰੀ ਹੋਈ ਹੈ ਸਰ? ਦੇਖੋ ਜੋ ਮੈਨੂੰ ਇਹਦੇ ਬਾਰੇ ਪਤਾ ਨਹੀਂਗਾ, ਜੇ ਉਹਨਾਂ ਕੋਲੋਂ, ਚਾਹੇ ਮੈਂ ਪਹਿਲਾਂ ਹੀ ਬੋਲ ਚੁੱਕਾ ਆ। ਗਿੱਲ ਸਾਹਿਬ ਮੇਰਾ ਗਿੱਲ ਸਾਹਿਬ ਮੈਂ ਪਹਿਲਾਂ ਕਿਹਾ ਸੀ, ਗਿੱਲ ਸਾਹਿਬ ਮੈਂ ਪਹਿਲਾਂ ਕਿਹਾ ਸੀ ਮੇਰਾ ਗਿੱਲ ਸਾਹਿਬ ਇੱਕ ਮਿੰਟ ਪਲੀਜ਼, ਗਿੱਲ ਸਾਹਿਬ ਇਦਾਂ ਨਾ ਕਰੋ ਪਲੀਜ਼। ਗਿੱਲ ਸਾਹਿਬ ਮੇਰਾ ਸਵਾਲ ਬੜਾ ਸਿੱਧਾ ਹੁੰਦਾ ਸਰ, ਮੈਂ ਇਹ ਵਿੰਗ ਵਲੇ ਪਾ ਕੇ ਮੈਂ ਤੋਂ ਸਵਾਲ ਨਹੀਂ ਕਰਨਾ ਹੁੰਦਾ ਸਰ। ਮੈਂ ਸਰ ਸਵਾਲ ਸਿੱਧਾ ਕਰ ਰਿਹਾ, ਸਤਿੰਦਰ ਜੈਨ ਤੋਂ ਰਿਕਵਰੀ ਹੋਈ ਸੀ ਸਰ? ਉਹਨਾਂ ਦੇ ਪਰਿਵਾਰ ਤੋਂ ਰਿਕਵਰੀ ਹੋਈ ਹੈ ਸਰ? ਦੇਖੋ ਜੀ, ਮੈਂ ਪਹਿਲੇ ਕਹਿ ਚੁੱਕਾ ਤੁਹਾਨੂੰ 1 ਮਿੰਟ ਲਈ, ਤੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਕਰਿਆ, ਚਾਹੇ ਇੱਕ ਮਿੰਟ ਜੀ, 1 ਮਿੰਟ ਸੁਣੋ। ਮੈਂ ਕਦੀ ਨਹੀਂ ਕਰੇਗਾ, ਮੈਂ ਡਰਨਾ ਨਹੀਂ, ਮੈਂ ਤੁਹਾਨੂੰ ਇਹ ਗੱਲ ਪੱਕੀ ਕਹਿ ਰਿਹਾ, ਚਾਹੇ ਆਮ ਆਦਮੀ ਪਾਰਟੀ ਦਾ ਵਰਕਰ, ਚਾਹੇ ਮੰਤਰੀ, ਚਾਹੇ ਕੋਈ ਗਿੱਲ ਸਾਹਿਬ ਮੈਂ ਫਿਰ ਉਹੀ ਸਵਾਲ ਕਰ ਰਿਹਾ, ਜੇ ਉਹਨਾਂ ਤੋਂ ਰਿਕਵਰੀ ਹੋਈ ਹੈ, ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਬਰਖਾਸਤ ਕਰ ਸਕਦੀ ਹੈ ਜਾਂ ਮੁਅੱਤਲ ਕਰ ਸਕਦੀ ਹੈ ਉਸ ਜਦੋਂ ਪਾਕ ਸਾਫ ਹੋ ਕੇ ਬਾਹਰ ਨਿਕਲ ਜਾਣਗੇ? ਜਿਵੇਂ ਤੁਸੀਂ ਵਾਰ-ਵਾਰ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਹੋ ਕਿ ਬਦਲਾਖੋਰੀ ਹੋ ਰਹੀ ਹੈ, ਹਿਮਾਚਲ ਦੇ ਇੰਚਾਰਜ ਸੀ ਕਰਕੇ ਫਸਾਇਆ ਜਾ ਰਿਹਾ, ਕਿ ਉਹਨਾਂ ਟਾਈਮ ਤੱਕ ਜਿਵੇਂ ਡਾਕਟਰ ਵਿਜੇ ਸਿੰਗਲਾ ਹਰਾਂ ਨਾਲ ਤੁਸੀਂ ਕੀਤਾ, ਕਿ ਇਦਾਂ ਦੀ ਕਾਰਵਾਈ ਪੋਸੀਬਲ ਹੈ ਜਾਂ ਗਿੱਲ ਸਾਹਿਬ ਜਾਂ ਨਹੀਂ ਹੈ? ਜਾਂ ਦਿੱਲੀ ਮਾਡਲ ਤੇ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਕਾਰਵਾਈ ਕਰੋਗੇ ਤਾਂ? ਦੇਖੋ ਜੀ, ਜੇ ਉਹ ਕਿਸੇ ਵੀ ਇੱਕ ਵੀ ਪੁਆਇੰਟ ਉਹਨੇ ਕੀਤੀ ਹੋਈ, ਪਾਰਟੀ ਨਹੀਂ ਪੱਕ ਚੁੱਕੀ, ਚਾਹੇ ਕੋਈ ਵੀ ਆ, ਚਾਹੇ ਕੋਈ ਪਤਾ ਰਿਕਵਰੀ ਹੋਈ ਹੈ। ਇੱਕ ਮਿੰਟ ਮੈਂ ਪਹਿਲਾਂ ਕਹਿ ਚੁੱਕਾ ਕਿ ਅਗਰ ਵਰਕਰ ਤੋਂ ਲੈ ਕੇ ਮੰਤਰੀ ਤੱਕ, ਮੁੱਖ ਮੰਤਰੀ ਸਾਹਿਬ ਤੱਕ, ਅਗਰ ਤੁਹਾਨੂੰ ਆਮ ਆਦਮੀ ਪਾਰਟੀ ਦੇ ਕਿਸੇ ਨੇ ਕਰਪਸ਼ਨ ਤੇ ਕੋਈ ਸਮਝੌਤਾ ਨਹੀਂ, ਜੇ ਕਿਸੇ ਨੇ ਕਰਪਸ਼ਨ ਕੀਤੀ ਉਹ ਸਲਾਖਾਂ ਦੇ ਪਿੱਛੇ ਜਾਏਗਾ। ਠੀਕ ਹੈ। ਹਾਂ ਗੌਰਵ ਸੰਧੂ ਲਾਸਟ ਟੇਕ ਪਲੀਜ਼ ਤੁਹਾਡਾ। ਗੌਰਵ ਸੰਧੂ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ, ਜੇ ਐਮਐਲਏ ਸਾਹਿਬ ਬੋਲ ਜਾਣ ਵੀ ਉਹਦੇ ਰਿਕਵਰੀ ਹੋਈ ਹੈ ਸਤਿੰਦਰ ਜੈਨ ਦੇ, ਤੁਸੀਂ ਕਹਿੰਦੇ ਉਹਨਾਂ ਨੂੰ ਮੁਅੱਤਲ ਕੀਤਾ ਜਾਏਗਾ? ਐਮਐਲਏ ਸਾਹਿਬ ਜਸਵੀਰ ਸਿੰਘ ਜੀ ਨੂੰ ਕੇਜਰੀਵਾਲ ਜੀ ਮੁਅੱਤਲ ਕਰ ਦੇਣਗੇ? ਇਹਨਾਂ ਦੀ ਹਿੰਮਤ ਨਹੀਂ ਹੈਗੀ ਸੱਚ ਬੋਲਣ ਦੀ। ਮੈਂ ਇਹ ਗੱਲ ਕਹਿ ਰਿਹਾ ਜੀ, ਇੱਕ ਮਿੰਟ ਗੌਰਵ ਸੰਧੂ ਇੱਕ ਮਿੰਟ ਪਲੀਜ਼, ਜਸਵੀਰ ਜੀ ਰੁਕ ਜਾਓ ਨਾ ਸਰ, ਜਸਵੀਰ ਜੀ ਰੁਕ ਜਾਓ। ਗੌਰਵ ਸੰਧੂ, ਜੇ ਉਹਨਾਂ ਦੇ ਮੰਤਰੀ ਤੇ ਸਵਾਲ ਉੱਠੇ ਆ, ਰਿਕਵਰੀ ਵੀ ਹੋਗੀ, ਮੁਅੱਤਲੀ ਵੀ ਕਰ ਦੇਣਗੇ, ਤੇ ਤੁਹਾਡੇ ਮੰਤਰੀ ਬਰੀ ਹੋ ਜਾਣਗੇ ਸਰ? ਗੌਰਵ ਸੰਧੂ ਇਹ ਕਿਹੜਾ ਕਾਊਂਟਰ ਹੋਇਆ? ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇਹ ਸਾਡੇ ਬੰਦਿਆਂ ਤੇ ਐਫਆਈਆਰ ਕਰਕੇ ਉਹਨਾਂ ਨੂੰ ਨਿਰਦੋਸ਼ ਸਾਬਤ ਕਰ ਰਹੇ ਆ, ਪਰ ਜਿਹੜੇ ਅੰਦਰ ਨੇ ਜਿਨ੍ਹਾਂ ਦੀ ਰਿਕਵਰੀ ਹੋਈ ਹੈ, ਉਹ ਇਹਨਾਂ ਦੇ ਐਮਐਲਏ ਨੇ ਆਪਣੀ ਪੀੜੀ ਥੱਲੇ ਸੋਟਾ ਮਾਰਨ। ਇਹ ਉਹਨਾਂ ਦਾ ਪੁਆਇੰਟ ਕਿਉਂ ਨਹੀਂ ਕਰਦੇ? ਇਹ ਕਿਉਂ ਨਹੀਂ ਕਹਿੰਦੇ ਕਿ ਹਾਰ ਰਿਕਵਰੀ ਹੋਈ ਹੈ ਤਾਂ ਉਹਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕਰੇ? ਇੱਕ ਮਿੰਟ ਜਸਵੀਰ ਜੀ ਇੱਕ ਮਿੰਟ ਰੁਕ ਜਾਓ ਸਰ, ਲਾਸਟ ਟੇਕ ਲੈ ਲੂੰਗਾ ਜਸਵੀਰ, ਤੁਹਾਡਾ ਲਾਸਟ ਟੇਕ ਲੈ ਲੂੰਗਾ ਸਰ, ਇਦਾਂ ਨਾ ਕਰੋ। ਬਲਰਾਜ ਜੀ, ਤੁਸੀਂ ਇੱਥੇ ਤਾਂ ਕਨਫਿਊਜ਼ ਸੀ ਬੜਾ ਵੀ ਕਾਂਗਰਸ ਨਾਲ ਖੜੀਏ ਕਿ ਨਾ ਖੜੀਏ। ਤੁਸੀਂ ਇਹ ਕਹਿ ਕੇ ਆਪਦਾ ਸਟੈਂਡ ਕਲੀਅਰ ਕੀਤਾ ਕਿ ਜਿੰਨੇ ਵੀ ਕੀਤਾ ਉਹ ਜਿੰਨੇ ਵਾਲਾ ਤਾਂ ਬੜਾ ਵੱਡਾ ਪ੍ਰੋਸਪੈਕਟਿਵ ਹੋ ਜਾਂਦਾ, ਉਹ ਸਾਰੀਆਂ ਪਾਰਟੀਆਂ ਤਾਂ ਕਹਿ ਦਿੰਦੀਆਂ। ਸਤਿੰਦਰ ਜੈਨ ਦੇ ਮਾਮਲੇ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਸਰ ਬਿਲਕੁਲ, ਜਿਹੜਾ ਕਾਂਗਰਸ ਦੇ ਪ੍ਰਵਕਤਾ ਨੇ ਗੱਲ ਕੀਤੀ ਹੈ ਉਹ ਬਿਲਕੁਲ ਸਪਸ਼ਟ ਹੈ। ਹੁਣ ਉਹੀ ਗੱਲ ਮੈਂ ਰਿਪੀਟ ਕਿਉਂ ਕਰਨੀ ਹੈ? ਗਿੱਲ ਸਾਹਿਬ ਉਸ ਗੱਲ ਦਾ ਜਵਾਬ ਦੇ ਦੇਣ, ਸਪਸ਼ਟ ਕਰਦੇ ਨੇ ਹਾਂ ਜਾਂ ਮੈਂ ਯੈਸ ਕਰਨਾ। ਉਹੀ ਗੱਲ ਮੈਂ ਇੱਕ ਐਗਜ਼ਾਮਪਲ ਨੇ ਆਪਣੇ ਕੋਲ ਆਮ ਆਦਮੀ ਪਾਰਟੀ ਵਿੱਚ ਤੁਹਾਡੇ 4 ਇਨਕੁਆਇਰੀ ਚੱਲ ਰਹੀ ਹੈ, 3 ਸਾਲ ਦੀ ਐਮਐਲਏ ਨੂੰ ਸਜ਼ਾ ਹੋਈ ਹੈ, ਇੱਕ ਐਮਐਲਏ ਚਾਰਜ ਥੋੜੀ ਲਿਸਟ ਬੜੀ ਲੰਬੀ ਹੈ। ਠੀਕ ਹੈ, ਤੁਹਾਡਾ ਆਡੀਓ ਬ੍ਰੇਕ ਹੋ ਰਿਹਾ ਸੀ। ਜਸਵੀਰ ਸਿੰਘ ਗਿੱਲ, ਤੁਸੀਂ ਜਵਾਬ ਦੇਣਾ ਚਾਹੁੰਦੇ ਹੋ? ਕਿਉਂਕਿ ਇੱਥੋਂ ਪੋਲਿਟਿਕਸ ਸਿੱਧੀ ਦਿੱਲੀ ਤੇ ਚਲੀ ਗਈ, ਹਾਲਾਂਕਿ ਉਹ ਆਪਣੀ ਡਿਬੇਟ ਦਾ ਹਿੱਸਾ ਨਹੀਂ ਗਿਆ, ਪਰ ਕਾਂਗਰਸ ਨੇ ਇੱਕ ਸਵਾਲ ਚੁੱਕਿਆ ਕਿ ਸੁਣ ਲਓ ਨਾ ਜਸਵੀਰ ਜੀ, ਕਾਂਗਰਸ ਇਹ ਸਵਾਲ ਕਰ ਰਹੀ ਹੈ ਕਿ ਤੁਸੀਂ ਡਬਲ ਸਟੈਂਡਰਡ ਨਾ ਅਪਣਾਓ। ਜੇ ਅਸੀਂ ਕਰਪਸ਼ਨ ਦੇ ਖਿਲਾਫ ਹੋ ਤੇ ਫਿਰ ਤੁਸੀਂ ਅੰਦਰੋਂ ਵੀ ਉਵੇਂ ਹੀ ਕਰੋ ਜਿਵੇਂ ਡਾਕਟਰ ਵਿਜੇ ਸਿੰਘਲਾ ਨੇ ਕੀਤਾ, ਹਾਲਾਂਕਿ ਸਬੂਤ ਤੁਸੀਂ ਦੇ ਨਹੀਂ ਸਕੇ, ਅਦਾਲਤ ਨੇ ਜ਼ਮਾਨਤ ਦੇਤੀ ਹੈ। ਸਤਿੰਦਰ ਜੈਨ ਦੇ ਮਾਮਲੇ 'ਚ ਇਹ ਸਵਾਲ ਕਿਉਂ ਉੱਠ ਰਿਹਾ? ਕਾਂਗਰਸ ਕਿਉਂ ਸਵਾਲ ਚੁੱਕਦੀ ਪਈ ਹੈ? ਕਿਉਂ ਉਹਨਾਂ ਨੂੰ ਐਜ ਮਿਲਦਾ ਪਿਆ ਤੁਹਾਡੇ ਤੇ ਅਟੈਕ ਕਰਨ ਦੇ ਲਈ? ਦੇਖੋ ਜੀ, ਮੈਂ ਤਾਂ ਇਹ ਗੱਲ ਕਹਿਤੀ, ਚਾਹੇ ਸਾਡਾ ਕੋਈ ਮੰਤਰੀ, ਚਾਹੇ ਕੋਈ ਜਿਹੜਾ ਕਰਪਸ਼ਨ ਕਰੂਗਾ ਫਾਂਸਿਆ ਨਹੀਂ ਜਾਊਗਾ। ਕਾਂਗਰਸ ਦੇ ਪ੍ਰਬੰਧਕਾਂ ਤੋਂ ਮੈਂ ਪੁੱਛਣਾ ਚਾਹੁੰਦਾ, ਈਡੀ ਨੇ ਬੁਲਾਇਆ ਰਾਹੁਲ ਗਾਂਧੀ, ਅਗਰ ਉਹ ਹੋਏਗਾ ਤਾਂ ਇਹਨਾਂ ਦਾ ਸਵਾਲ ਲਓ ਵੀ ਇਹ ਨਕਾਰਨਗੇ, ਇਹ ਪਾਰਟੀ ਚੋਂ ਕੱਢਣਗੇ? ਪੁੱਛੋ ਇਹਨਾਂ ਨੂੰ ਸਵਾਲ। ਚਲੋ, ਸਤਿੰਦਰ ਜੈਨ ਤੋਂ ਰਾਹੁਲ ਗਾਂਧੀ ਦਾ ਮਾਮਲਾ ਪਹੁੰਚ ਗਿਆ। ਪਹਿਲੀ ਗੱਲ ਤਾਂ ਕੁਝ ਲੱਭਿਆ ਨਹੀਂ, ਪਹਿਲੀ ਗੱਲ ਤਾਂ ਗੌਰਵ ਸੰਧੂ ਸਵਾਲ ਤਾਂ ਲੈ ਲਓ ਹੁਣ। ਗੌਰਵ ਸੰਧੂ ਸਵਾਲ ਤਾਂ ਲੈ ਲਓ ਨਾ। ਰਾਹੁਲ ਗਾਂਧੀ ਨਾਲ ਵੀ ਸਿਆਸੀ ਬਦਲਾਖੋਰੀ ਹੋਈ ਹੈ?
ਜਿਵੇਂ ਉਹ ਗੱਲ ਹੋ ਰਹੀ ਹੈ ਕੁਝ ਲੱਭ ਨਹੀਂ ਰਿਹਾ, ਜੇ ਕੁਝ ਲੱਭੇਗਾ ਤਾਂ ਅਸੀਂ ਇਹ ਕਵਾਂਗੇ ਠੀਕ ਹੈ ਵੀ ਪਾਰਟੀ ਨੇ ਕੁਝ ਗਲਤ ਕੀਤਾ, ਅਸੀਂ ਆਪ ਪਾਰਟੀ ਛੱਡਾਂਗੇ ਜਾਂ ਕਵਾਂਗੇ ਉਹਨਾਂ ਨੂੰ ਬਦਲਿਆ ਜਾਏ। ਅਸੀਂ ਸਾਡੀ ਪਾਰਟੀ ਦੇ ਵਿੱਚ ਸ਼ਰੇਆਮ ਬੋਲਣ ਦਾ ਹੱਕ ਹੈ, ਇਹਨਾਂ ਵਾਂਗੂ ਨਹੀਂ ਵੀ ਜਸਵੀਰ ਸਿੰਘ ਐਮਐਲਏ ਜੀ ਦੀ ਜ਼ਬਾਨ ਹੀ ਥਥਲਾਉਣ ਲੱਗ ਗਈ। ਸਿੰਦਰ ਜੈਨ ਨੂੰ ਇਹ ਕਹਿ ਸਕੇ ਵੀ ਉਹ ਮੁਜਰਮ ਹੈ। ਇਹ ਗੱਲ ਕਹੀ ਹੈ ਜੇ ਸਿੰਦਰ ਜੈਨ ਜੀ ਨੇ ਅਗਰ ਕਰਪਸ਼ਨ ਕੀਤੀ ਹੋਈ, ਪੁੱਛਿਆ ਉਹਨਾਂ ਕੀਤੀ ਹੋਈ ਸਾਰਾ ਤਾਂ ਅੰਦਰ ਹੈ, ਜ਼ਮਾਨਤ ਨਹੀਂ ਹੋ ਰਹੀ। ਜਸਵੀਰ ਜੀ ਤੁਹਾਨੂੰ ਇੱਕ ਮਿੰਟ ਗੌਰਵ ਸੰਧੂ ਇੱਕ ਮਿੰਟ ਜਸਵੀਰ ਜੀ ਸਤਿੰਦਰ ਜੈਨ ਮੰਤਰੀ ਹੈਗੇ ਇਸ ਵਕਤ ਜੀ? ਸਤਿੰਦਰ ਜੈਨ ਮੰਤਰੀ ਹੈਗੇ ਇਸ ਵਕਤ? ਮੇਰਾ ਖਿਆਲ ਨਹੀਂ ਜੀ, ਸ਼ਾਇਦ ਮੈਨੂੰ ਇਹਦੇ ਬਾਰੇ ਮੈਂ ਕਮੈਂਟ ਨਹੀਂ ਦੇਣਾ ਕਿਉਂਕਿ ਮੈਨੂੰ ਜਿਸ ਚੀਜ਼ ਦਾ ਪਤਾ ਨਹੀਂਗਾ। ਮੈਂ ਤਾਂ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਵਿੱਚ ਕੀ ਚਲੋ ਪ੍ਰਸਮਜੀਤ ਇੱਕ ਮਿੰਟ ਪਲੀਜ਼, ਇੱਕ ਮਿੰਟ ਰੁਕ ਜਾਓ, ਹੁਣ ਸਾਰੇ ਰੁਕ ਜਾਓ, ਇੱਕ ਮਿੰਟ ਸਾਰੇ ਰੁਕ ਜਾਓ ਪਲੀਜ਼, ਸਾਰੇ ਰੁਕ ਜਾਓ ਪਲੀਜ਼, ਸਾਰੇ ਰੁਕ ਜਾਓ ਪ੍ਰਸਮਜੀਤ ਸਿੰਘ, ਦਿੱਲੀ ਮਾਡਲ ਦੀ ਜੋ ਗੱਲ ਹੁੰਦੀ ਹੈ ਉਦੋਂ ਪੰਜਾਬ ਦਾ ਜ਼ਿਕਰ ਹੁੰਦਾ ਤੇ ਪੰਜਾਬ ਦੇ ਵਿੱਚ ਦਿੱਲੀ ਮਾਡਲ ਦੀ ਗੱਲ ਹੁੰਦੀ ਹੈ। ਮੇਰਾ ਸਵਾਲ ਦਿੱਲੀ ਮਾਡਲ ਦਾ ਨਹੀਂ ਹੈਗਾ, ਮੇਰਾ ਸਵਾਲ ਸਿੰਪਲ ਹੈ, ਸਿਆਸੀ ਬਦਲਾਖੋਰੀ ਕਹਿਣ ਵਾਲੀ ਪੋਲਿਟਿਕਸ ਦਾ ਫਿਊਚਰ ਤੁਸੀਂ ਕੀ ਦੇਖਦੇ ਹੋ ਪ੍ਰਸਮਜੀਤ ਸਿੰਘ? ਦੇਖੋ ਇਸ ਤਰ੍ਹਾਂ ਆ ਕਿ ਜਦੋਂ ਤੇ ਸਿੰਦਰ ਜੈਨ ਦਾ ਨਾਮ ਆਉਂਦਾ ਦਿੱਲੀ ਦੇ ਵਿੱਚ, ਉਹ ਕਹਿੰਦੇ ਆ ਕਿ ਸਿਆਸੀ ਬਦਲਾਖੋਰੀ ਆ ਸਾਡੇ ਤੇ, ਮਤਲਬ ਆਮ ਆਦਮੀ ਪਾਰਟੀ ਕਹਿੰਦੀ ਹੈ। ਬੜਾ ਅਜੀਬ ਜਿਹਾ ਲੱਗਦਾ ਥੋੜਾ ਜਿਹਾ। ਤੇ ਦੇਖੋ ਗਿੱਲ ਸਾਹਿਬ ਨੂੰ ਵੀ ਇਸ ਗੱਲ ਦੀ ਦਿੱਕਤ ਆ ਰਹੀ ਆ ਕਹਿਣ ਦੀ ਕਿ ਡਬਲ ਸਟੈਂਡਰਡ ਕਿਉਂ। ਵਿਜੇ ਸਿੰਗਲਾ ਦਾ ਅਜੇ ਇੱਕ ਫੋਨ ਦੀ ਕਨਵਰਜੇਸ਼ਨ ਆ, ਕੋਈ ਕਰਪਸ਼ਨ ਦਾ ਅਮਾਉਂਟ ਐਕਸਚੇਂਜ ਹੋਇਆ ਨਹੀਂ, ਕੋਈ ਫੜਿਆ ਨਹੀਂ, ਕੋਈ ਗੱਲ ਨਹੀਂ ਬਣੀ। ਇਸੇ ਕਰਕੇ ਕੋਰਟ ਨੇ ਉਹਨਾਂ ਨੂੰ ਦੇ ਦਿੱਤੀ ਨਾ ਜ਼ਮਾਨਤ ਕਿ ਯਾਰ ਇਸ ਤਰੀਕੇ ਨਾਲ ਤੁਸੀਂ ਸ਼ਾਮ ਤੱਕ ਸਾਰਾ ਪੰਜਾਬ ਹੀ ਖਾਲੀ ਕਰ ਦੋਗੇ। ਇਸ ਤਰੀਕੇ ਨਾਲ ਨਹੀਂ, ਕੋਈ ਸੋਲਿਡ ਉਹਦਾ ਕਰਕੇ, ਕਿਉਂਕਿ ਜੀ ਉਹਨਾਂ ਨੇ ਮੰਨ ਲਿਆ, ਕਿਉਂਕਿ ਭਗਵੰਤ ਮਾਨ ਨੇ ਦਬਕਾ ਮਾਰਿਆ, ਭਗਵੰਤ ਮਾਨ ਥਾਣੇਦਾਰ ਲੱਗਾ ਆ ਤੇ ਉਹਨੇ ਕਿਹਾ, ਉਹਦੇ ਕੰਨ 'ਚ ਕਿਹਾ ਤਾਂ ਹਾਂ ਜੀ ਮੈਂ ਤੇ ਕੀਤਾ ਆ, ਇਸ ਕਰਕੇ ਉਹਨੇ ਕਿਹਾ ਚੰਗਾ ਫਿਰ ਤੈਨੂੰ ਹੁਣ ਅਸੀਂ ਮਜ਼ਾ ਚਖਾਵਾਂਗੇ। ਇਹ ਡਬਲ ਸਟੈਂਡਰਡ ਨਹੀਂ ਕਰਨੇ ਚਾਹੀਦੇ। ਜਿੱਥੋਂ ਰਿਕਵਰੀ ਹੋਈ ਆ ਉਹਦੇ ਬਾਰੇ ਕਹਿੰਦੇ ਪਤਾ ਨਹੀਂ ਹੈ, ਚਲੋ ਖੈਰ ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਕਿ ਉਹ ਅਜੇ ਵੀ ਉਹਦੇ ਤੇ ਪਾਰਟੀ ਨੇ ਕੋਈ ਕਿਸੇ ਕਿਸਮ ਦਾ ਐਕਸ਼ਨ ਨਹੀਂ ਲਿਆ। ਪਾਰਟੀ ਉਹਨੂੰ ਡਿਫੈਂਡ ਕਰ ਰਹੀ ਹੈ ਇਹ ਕਹਿ ਕੇ ਕਿ ਉਹਦੇ ਤੇ ਬਦਲਾਖੋਰੀ ਹੈ। ਇਸ ਲਈ ਤੁਹਾਡਾ ਇਹ ਨਾ ਹੋਵੇ ਕਿ ਜਿਹੜਾ ਵੱਡਾ ਹੁਣ ਇਸ ਵੇਲੇ ਇੱਥੇ ਮੁਹਿੰਮ ਚੱਲੀ ਹੈ ਉਹਦੇ ਚ ਲੋਕਾਂ ਨੂੰ ਹੌਲੀ ਹੌਲੀ ਕੋਈ ਮੋਰੀਆਂ ਦਿਖਣ ਲੱਗ ਜਾਣ ਵੀ ਨਹੀਂ ਉਹ ਦਿੱਲੀ ਮਾਡਲ ਜਿਹੜਾ ਉੱਥੇ ਲਈ ਤੇ ਕੁਝ ਹੋਰ ਸਟੈਂਡਰਡ ਆ ਤੇ ਪੰਜਾਬ ਦੇ ਵਿੱਚ ਕੁਝ ਹੋਰ ਸਟੈਂਡਰਡ ਹੈ। ਇੰਜ ਨਹੀਂ, ਇਹ ਤੁਹਾਡੀ ਜ਼ਿੰਮੇਵਾਰੀ ਪੰਜਾਬ ਪਾਰਟੀ ਦੀ ਬਣਦੀ। ਚਲੋ ਜਸਵੀਰ ਸਿੰਘ ਗਿੱਲ ਲਾਸਟ ਕਮੈਂਟ ਤੁਹਾਡਾ। ਜਸਵੀਰ ਸਿੰਘ ਗਿੱਲ, ਪ੍ਰੋਫੈਸਰ ਮਨਜੀਤ ਸਿੰਘ ਕਹਿ ਰਹੇ ਕਿ ਲੂਪ ਹੋਲਸ ਨਾ ਰਹਿ ਜਾਣ, ਲੋਕ ਕਹਿਣ ਹੋਣ ਕਿ ਤੁਹਾਡੇ ਤੇ ਟਰਸਟ ਕਰਨਾ ਬੰਦ ਕਰ ਦੇਣ। ਇਹ ਸਵਾਲ ਹੈ ਜਸਵੀਰ ਸਿੰਘ ਗਿੱਲ, ਉਹ ਸਿਸਟਮ ਹੈ ਜਿਹੜਾ ਸਿਸਟਮ ਤੁਸੀਂ ਸੁਧਾਰਨਾ ਚਾਹੁੰਦੇ ਹੋ, ਉਹ ਸਿਸਟਮ ਤੁਹਾਡੇ ਵੱਸੋਂ ਬਾਹਰ ਨਾ ਹੋ ਜਾਵੇ ਕਿਤੇ। ਇਹ ਪ੍ਰੋਫੈਸਰ ਮਨਜੀਤ ਸਿੰਘ ਤੁਹਾਨੂੰ ਅਲਰਟ ਕਰ ਰਹੇ ਆ। ਦੇਖੋ ਜੀ, ਜੇ ਤਾਂ ਹੋਈ ਸਾਡੀ ਨੀਤ 'ਚ ਫਰਕ ਆ ਤਾਂ ਜੋ ਮਨਜੀਤ ਸਿੰਘ ਜੀ ਕਹਿੰਦੇ ਹੋ ਸਕਦਾ। ਅਗਰ ਜਿੰਨਾ ਚਿਰ ਮੈਂ ਤੁਹਾਨੂੰ ਫੇਰ ਦੁਬਾਰਾ ਕਹਿਣ ਲੱਗਾ, ਉਸ ਸਤਿਗੁਰੂ ਦੇ ਆਸਰੇ ਦੇ ਨਾਲ, ਉਸ ਮਾਲਕ ਦੇ ਜਿੰਨੀ ਸੋਝੀ ਬਖਸ਼ੀ ਆ ਉਹਦੇ ਨਾਲ ਅਸੀਂ ਜਿੰਨੇ ਵੀ ਪੰਜਾਬ ਦਾ ਨੁਕਸਾਨ ਬੇੜਾਗਰ ਕੀਤਾ ਆ, ਜਿਹਨੇ ਕਰਪਸ਼ਨ ਕੀਤੀ ਆ, ਉਹਦੀ ਪਿਕਚਰ ਅਸੀਂ ਪਬਲਿਕ ਦੇ ਸਾਹਮਣੇ ਲਿਆਉਣਾ ਸਾਡੀ ਜ਼ਿੰਮੇਵਾਰੀ, ਸਾਡਾ ਫਰਜ਼ ਹੈ ਇਨਸਾਨੀਅਤ ਤੌਰ ਤੇ। ਕਿਉਂਕਿ ਅੱਜ ਜੋ ਪੰਜਾਬ ਦੇ ਹਾਲਾਤ ਆ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਔਰ ਇਹ ਕਹੀ ਜਾਂਦੇ ਅਸੀਂ ਤਾਂ 3 ਮਹੀਨਿਆਂ ਦੇ ਵਿੱਚ 30% ਰਿਕਵਰੀ ਗਵਰਨਮੈਂਟ ਦੀ ਇਨਕਮ ਵਧਾਈ ਆ, ਘਟਾਈ ਨਹੀਂ ਗਈ। ਚਲੋ ਭਾਜੀ ਜਸਵੀਰ ਜੀ, ਇਹ ਲਾਸਟ ਗੱਲ, ਲੋਕਾਂ ਨੂੰ ਤਾਂ ਤਨਖਾਹਾਂ ਨਹੀਂ ਮਿਲ ਰਹੀਆਂ। ਪਹਿਲੇ 6 ਦਿਨ ਪਹਿਲੀ ਵਾਰੀ ਹੋਇਆ ਪੰਜਾਬ ਦੇ ਇਤਿਹਾਸ 'ਚ ਕਿ ਪੁਲਿਸ ਨੂੰ ਤਨਖਾਹਾਂ ਨਹੀਂ ਮਿਲੀਆਂ। ਕੱਲ ਮੁਜ਼ਾਹਰਾ ਹੋਇਆ ਪੀਆਰਟੀਸੀ ਦੇ ਵਰਕਰਾਂ ਦਾ, 4000 ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, 13 ਤਰੀਕ ਆ ਗਈ। ਮਤਲਬ ਤੁਸੀਂ ਕੁਛ ਨਾ ਕੁਛ, ਮੈਨੂੰ ਲੱਗਦਾ ਕਿਤੇ ਤੁਸੀਂ ਇੱਧਰ ਨੂੰ ਰੌਲੇ ਰੱਪੇ ਦੇ ਵਿੱਚ ਕੁਝ ਹੋਰ ਨਾ ਝੁੱਗਾ ਚੌੜ ਹੋ ਜੇ। ਮੈਂ ਤੁਹਾਨੂੰ ਸਿੰਪਲੀ ਇੱਕ ਸੁਜੈਸਟ ਕਰ ਰਿਹਾ। ਚਲੋ ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ। ਮੇਰੇ ਕੋਲ ਵਕਤ ਨਹੀਂ ਹੈਗਾ। ਗੌਰਵ ਸੰਧੂ ਹੁਣ, ਗੌਰਵ ਸੰਧੂ ਤੁਹਾਡਾ ਬਹੁਤ ਧੰਨਵਾਦ। ਬਰਾਜ ਸਿੰਘ ਪਟਲ ਤੁਹਾਡਾ ਬਹੁਤ ਧੰਨਵਾਦ। ਜਸਵੀਰ ਸਿੰਘ ਗਿੱਲ ਤੁਹਾਡਾ ਬਹੁਤ ਧੰਨਵਾਦ। ਸਿਆਸੀ ਬਦਲਾਖੋਰੀ ਦੇ ਇਲਜ਼ਾਮਾਂ ਪਿੱਛੇ ਤਰਕ ਕੀ ਹੈਗੇ ਆ? ਉਹ ਤਰਕ ਹੈ ਜਿਹੜੇ, ਉਸ ਤਰਕ ਇਸ ਡਿਬੇਟ ਦੇ ਵਿੱਚ ਵੱਡੇ ਵੱਡੇ ਸਵਾਲ ਬਣ ਕੇ ਸਾਡੇ ਸਾਹਮਣੇ ਆਏ ਆ। ਤੇ ਕੁੱਲ ਮਿਲਾ ਕੇ ਇਹ ਹੈ ਕਿ ਕਰਪਸ਼ਨ ਦੇ ਖਿਲਾਫ ਤਾਂ ਸਾਰੇ ਹੈ, ਪਰ ਉਹਦੇ ਲਈ ਸਬੂਤ ਆ ਜਿਹੜੇ ਅਦਾਲਤਾਂ ਦੇ ਵਿੱਚ ਕਿਵੇਂ ਰੱਖੇ ਜਾਣਗੇ, ਕਟਹਿਰੇ ਵਿੱਚ ਕਿਵੇਂ ਖੜੇ ਕੀਤੇ ਜਾਣਗੇ, ਤਾਂ ਜੋ ਸਿਆਸੀ ਬਦਲਾਖੋਰੀ ਇਲਜ਼ਾਮ ਆ ਜਿਹੜੇ ਉਹ ਸਮਾਪਤ ਹੋਣ ਤੇ ਅਸਲ ਵਿੱਚ ਕਰਪਸ਼ਨ ਨੂੰ ਖਤਮ ਕਰਨ ਦਾ ਰਾਹ ਜਿਹੜਾ ਪੱਧਰਾ ਹੋਵੇ। ਬਹੁਤ ਧੰਨਵਾਦ।